ਹੈਲੋ, ਬਾਲਾ ਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਐਸ ਟੈਟ ਦੀ ਨੋਟੀਫਿਕੇਸ਼ਨ ਆਊਟ ਹੋ ਚੁੱਕੀ ਹੈ, ਜਿਹਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ ਕਿਹਦਾ, ਹਿਸਟਰੀ ਦਾ। ਤੇ ਹਿਸਟਰੀ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਮੈਡਾਈਵਲ ਹਿਸਟਰੀ, ਐਂਸ਼ੀਅੰਟ ਹਿਸਟਰੀ ਅਤੇ ਮਾਡਰਨ ਹਿਸਟਰੀ, ਤਾਂ ਉਹਦੇ ਵਿੱਚੋਂ ਅੱਜ ਆਪਾਂ ਕੀ ਸ਼ੁਰੂ ਕਰਾਂਗੇ ਜੀ, ਮੈਡਾਈਵਲ ਹਿਸਟਰੀ। ਠੀਕ ਹੈ ਜੀ। ਬਾਲਾ ਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਆ 2 ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦਾ ਹੈ। ਠੀਕ ਹੈ ਜੀ। ਅੱਜ ਆਪਾਂ ਗੱਲ ਕੀ ਕਰਾਂਗੇ, ਮੈਡਾਈਵਲ ਹਿਸਟਰੀ ਪੀਐਸ ਟੈਟ 2024 ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਹੂਗਾ। ਇਹ ਤੋਂ ਇਲਾਵਾ ਵੀ ਚਾਹੇ ਉਹ ਪੰਜਾਬ ਦੇ ਪੇਪਰ ਨੇ, ਚਾਹੇ ਐਸਐਸਸੀ ਸੀਜੀਐਲ ਜਾਂ ਐਸਐਸਸੀ ਸੀਐਚਐਸਐਲ ਦੇ ਪੇਪਰ ਨੇ, ਸਭ ਦੇ ਵਿੱਚ ਹੀ ਮੈਡੀਵਲ ਹਿਸਟਰੀ ਆਉਂਦੀ ਆ। ਸੋ ਬੜੇ ਪਿਆਰ ਨਾਲ ਸਮਝੋ, ਮੈਂ ਤੁਹਾਡੇ ਲਈ ਬਹੁਤ ਘੱਟ ਆਪਣੇ ਕੋਲੇ ਐਫਰਟ ਦੇ ਨਾਲ, ਕਿ ਤੁਹਾਡਾ ਐਫਰਟ ਘੱਟ ਲੱਗੇ ਉਹਦੇ ਤਰੀਕੇ ਨਾਲ ਮੈਂ ਤਿਆਰ ਕਰਕੇ ਲੈ ਕੇ ਆਇਆ। ਸੋ ਬੜੇ ਪਿਆਰ ਨਾਲ ਸਮਝੋ, ਕੁਝ ਚੀਜ਼ਾਂ ਆਪਾਂ ਇਹਦੇ ਵਿੱਚ ਪੜਾਂਗੇ। ਠੀਕ ਹੈ ਜੀ। ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਸਾਡੇ ਨਾਲ ਟੈਲੀਗ੍ਰਾਮ ਤੇ ਜੁੜ ਸਕਦੇ ਹੋ। ਠੀਕ ਹੈ ਜੀ। ਸੋ ਚਲੋ, ਜੇ ਮੈਂ ਸ਼ੁਰੂ ਤੋਂ ਗੱਲ ਕਰਾਂ ਮੈਡਾਈਵਲ ਹਿਸਟਰੀ ਜਾਂ ਮੱਧਕਾਲੀਨ ਇਤਿਹਾਸ, ਪੰਜਾਬੀ ਦੇ ਵਿੱਚ ਇਹਨੂੰ ਕੀ ਕਹਿੰਦੇ ਆਪਾਂ, ਮੱਧਕਾਲੀਨ ਇਤਿਹਾਸ। ਠੀਕ ਹੈ ਜੀ। ਮੱਧਕਾਲੀਨ ਇਤਿਹਾਸ। ਤੇ ਇੱਕ ਗੱਲ ਮੈਂ ਤੁਹਾਨੂੰ ਬੜੇ ਪਿਆਰ ਨਾਲ ਦੱਸਣੀ ਚਾਹੁੰਦਾ ਕਿ ਜਿਹੜਾ ਮੱਧਕਾਲੀਨ ਇਤਿਹਾਸ ਹੈ ਇਹ ਸ਼ੁਰੂ ਹੁੰਦਾ ਕਿੱਥੋਂ, 712 ਏਡੀ ਤੋਂ। 712 ਏਡੀ ਤੋਂ ਸ਼ੁਰੂ ਹੋ ਕੇ ਕਿੱਥੇ ਤੱਕ ਜਾਂਦਾ ਹੈ, 1707 ਏਡੀ ਤੱਕ। ਮੱਧਕਾਲੀਨ ਇਤਿਹਾਸ ਦਾ ਜੋ ਆਪਾਂ ਟਾਈਮ ਪੀਰੀਅਡ ਪੜ੍ਹਦੇ ਹਾਂ ਉਹ ਆਪਾਂ ਇਸ ਤੋਂ ਲੈ ਕੇ 712 ਏਡੀ ਤੋਂ ਲੈ ਕੇ 1707 ਏਡੀ ਤੱਕ ਪੜ੍ਹਦੇ ਹਾਂ। ਠੀਕ ਹੈ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਕਿ 712 ਏਡੀ ਦੇ ਵਿੱਚ ਕੀ ਹੋਇਆ ਸੀਗਾ, ਉਹ ਆਪਾਂ ਇਸ ਕੁਐਸਚਨ ਤੋਂ ਸਟਾਰਟ ਕਰਾਂਗੇ। ਠੀਕ ਹੈ। 712 ਏਡੀ ਦੇ ਵਿੱਚ ਕੀ ਹੋਇਆ ਸੀ, ਕੁਐਸਚਨ ਤੋਂ ਸਟਾਰਟ ਕਰਾਂਗੇ। ਕਹਿੰਦਾ ਹੂ ਵਾਜ਼ ਦਾ ਫਸਟ ਸਕਸੈਸਫੁਲ ਮੁਸਲਿਮ ਇਨਵੇਡਰ ਇਨ ਇੰਡੀਆ। ਭਾਰਤ ਦੇ ਵਿੱਚ ਆਉਣ ਵਾਲਾ ਪਹਿਲਾ ਸਕਸੈਸਫੁਲ ਇਨਵੇਡਰ ਕੌਣ ਸੀ। ਵਾਟ ਇਜ਼ ਦਾ ਮੀਨਿੰਗ ਆਫ ਸਕਸੈਸਫੁਲ, ਵੀ ਇਹ ਤੋਂ ਪਹਿਲਾਂ ਵੀ ਭਾਰਤ ਦੇ ਵਿੱਚ ਕੁਝ ਮੁਸਲਮਾਨ ਆਕਰਮਣਕਾਰੀ ਦੁਆਰਾ ਹਮਲੇ ਹੋਏ ਪਰ ਉਹ ਸਕਸੈਸਫੁਲ ਨਹੀਂ ਰਹਿ ਪਾਏ। ਤਾਂ ਪਹਿਲਾ ਸਕਸੈਸਫੁਲ ਇਨਵੇਡਰ, ਜੇ ਮੈਂ ਇਹਦੇ 1 ਲਾਈਨਰ ਦੀ ਆਨਸਰ ਦੀ ਗੱਲ ਕਰਾਂ ਤਾਂ ਇਹਦਾ ਆਨਸਰ ਕੀ ਬਣੂਗਾ ਆਪਣੇ ਕੋਲੇ, ਮੁਹੰਮਦ ਬਿਨ ਕਾਸਿਮ। ਤਾਂ ਇਹਦਾ ਆਨਸਰ ਕੀ ਬਣੂਗਾ, ਮੁਹੰਮਦ ਬਿਨ ਕਾਸਿਮ। ਕਦੋਂ ਕੀਤਾ ਸੀ, ਯਾਨੀ ਜੋ ਸਕਸੈਸਫੁਲ ਹੋਇਆ ਸੀ। ਇਹ ਤੋਂ ਪਹਿਲਾਂ ਇੱਕ ਵਾਰੀ ਹਾਰ ਕੇ ਵੀ ਗਿਆ ਸੀ, ਆਪਾਂ ਉਹਦੀ ਗੱਲ ਨਹੀਂ ਕਰਾਂਗੇ। 712 ਏਡੀ ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ ਪਹਿਲਾ ਸਕਸੈਸਫੁਲ ਹਮਲਾ ਕੀਤਾ ਸੀ। ਕਿਹਦੇ ਕਹਿਣ ਦੇ ਉੱਤੇ ਕੀਤਾ ਸੀ, ਇਹ ਵੀ ਯਾਦ ਰੱਖਿਓ ਕਿ ਅਰਬ ਦੇਸ਼ ਦਾ ਇੱਕ ਰਾਜਾ ਸੀਗਾ ਜੀ। ਅਰਬ ਦੇਸ਼ ਦਾ ਇੱਕ ਰਾਜਾ ਸੀ ਜਿਹਦਾ ਨਾਮ ਸੀਗਾ ਅਲ ਹਜਾਜ। ਜਿਹਦਾ ਨਾਮ ਕੀ ਸੀ, ਅਲ ਹਜਾਜ। ਜਿਹਦਾ ਨਾਮ ਸੀ ਅਲ ਹਜਾਜ। ਉਹਦੇ ਕਹਿਣ ਦੇ ਉੱਤੇ ਇਹਨੇ ਹਮਲਾ ਕੀਤਾ ਸੀ। ਕੀ ਹੋਇਆ ਸੀ, ਗੱਲ ਕੀ ਹੋਈ ਸੀ ਆਪਣੇ ਕੋਲੇ, ਆ ਜੇ ਮੈਂ ਗੱਲ ਕਰਾਂ ਅੱਜ ਦੇ ਭਾਰਤ ਦੀ ਸਮਥਿੰਗ ਕਰਕੇ। ਠੀਕ ਹੈ। ਇਸ ਤਰੀਕੇ ਨਾਲ ਤਾਂ ਇੱਥੇ ਕੀ ਸੀ, ਸ਼੍ਰੀਲੰਕਾ ਸੀ। ਸ਼੍ਰੀਲੰਕਾ ਤੋਂ ਇੱਥੇ ਈਰਾਨ, ਅਰਬ ਵਾਲੇ ਪਾਸੇ ਵਪਾਰ ਹੋਇਆ ਕਰਦਾ ਸੀ। ਤਾਂ ਇਹ ਲੋਕ ਇੱਥੇ ਰੁਕ ਕੇ ਜਾਇਆ ਕਰਦੇ ਸੀ, ਜਿਹੜੇ ਵਪਾਰੀ ਹੁੰਦੇ ਸੀ ਇੱਥੇ ਰੁਕ ਕੇ ਜਾਇਆ ਕਰਦੇ ਸੀ। ਤੇ ਇਹ ਜਿਹੜਾ ਏਰੀਆ ਸੀਗਾ ਇਹ ਕਿਹਦੇ ਅੰਡਰ ਆਉਂਦਾ ਸੀਗਾ, ਰਾਜਾ ਦਾਹਿਰ ਦੇ। ਕਿਹਦੇ ਅੰਡਰ ਆਉਂਦਾ ਸੀ, ਰਾਜਾ ਦਾਹਿਰ ਦੇ। ਜਿਹੜਾ ਕਿੱਥੋਂ ਦਾ ਰਾਜਾ ਸੀਗਾ ਜੀ, ਸਿੰਧ ਪ੍ਰਦੇਸ਼ ਦਾ ਰਾਜਾ ਸੀ। ਜਿਹੜਾ ਕਿੱਥੋਂ ਦਾ ਰਾਜਾ ਸੀਗਾ, ਸਿੰਧ। ਉਸ ਟਾਈਮ ਭਾਰਤ ਦਾ ਹੀ ਹਿੱਸਾ ਸੀ, ਸਿੰਧ ਦਾ ਰਾਜਾ ਸੀਗਾ। ਤਾਂ ਇੱਕ ਵਾਰੀ ਕੀ ਹੋਇਆ, ਇੱਥੇ ਲੁੱਟ ਕੇ ਲੈ ਗਏ ਜਿਹੜਾ ਸਮਾਨ ਆ ਰਿਹਾ ਸੀਗਾ ਅਲ ਹਜਾਜ ਦਾ। ਇਹਨੂੰ ਇਸ ਪੋਰਟ ਤੋਂ, ਇਸ ਪੋਰਟ ਦਾ ਨਾਮ ਕੀ ਸੀ, ਬੰਦਰਗਾਹ ਦਾ ਨਾਮ ਕੀ ਸੀ, ਦੇਵਲ ਪੋਰਟ। ਇਸ ਬੰਦਰਗਾਹ ਦਾ ਨਾਮ ਕੀ ਸੀ, ਦੇਵਲ ਪੋਰਟ। ਦੇਵਲ ਪੋਰਟ ਤੋਂ ਕੁਝ ਲੁਟੇਰੇ ਲੁੱਟ ਕੇ ਲੈ ਗਏ। ਤਾਂ ਓਬਵੀਅਸ ਜੀ ਗੱਲ ਹੈ, ਅਲ ਹਜਾਜ ਨੇ ਕਿਹਨੂੰ ਕਿਹਾ, ਅਲ ਹਜਾਜ ਨੇ ਰਾਜਾ ਦਾਹਿਰ ਨੂੰ ਕਿਹਾ ਵੀ ਦਾਹਿਰ ਤੇਰੇ ਵਾਲੇ ਬੰਦੇ ਐਵੇਂ ਲੁੱਟ ਕੇ ਲੈ ਗਏ, ਵੀ ਕੋਈ ਕਰ ਹੀਲਾ। ਉਹ ਕਹਿੰਦਾ ਮੈਂ ਨਹੀਂ ਕੁਝ ਕਰ ਸਕਦਾ, ਵੀ ਤੂੰ ਜੋ ਕਰਨਾ ਹੈ ਕਰ ਲੈ। ਸੋ ਅੱਕ ਕੇ ਫਿਰ ਅਲ ਹਜਾਜ ਨੇ ਕਿਹਦੇ ਉੱਤੇ ਹਮਲਾ ਕਰਨ ਲਈ ਬੰਦਾ ਭੇਜਿਆ ਸੀਗਾ, ਰਾਜਾ ਦਾਹਿਰ ਦੇ ਉੱਤੇ। ਦਾਹਿਰ ਜੋ ਸੀਗਾ ਆਪਣੇ ਕੋਲੇ ਸਿੰਧ ਦੇ ਵਿੱਚ ਰਾਜ ਕਰ ਰਿਹਾ ਸੀ। ਜਿਹੜੀ ਪੋਰਟ ਦੇ ਉੱਤੋਂ ਸਮਾਨ ਚੋਰੀ ਹੋਇਆ ਸੀ, ਉਸ ਪੋਰਟ ਦਾ ਮਤਲਬ ਕੀ ਹੁੰਦਾ, ਬੰਦਰਗਾਹ। ਪੋਰਟ ਦਾ ਮਤਲਬ ਕੀ ਹੁੰਦਾ ਰਾਜੇ, ਬੰਦਰਗਾਹ। ਪੋਰਟ ਦਾ ਮਤਲਬ ਹੁੰਦਾ ਬੰਦਰਗਾਹ। ਤਾਂ ਉਸ ਬੰਦਰਗਾਹ ਦਾ ਨਾਮ ਸੀ ਦੇਵਲ ਪੋਰਟ। ਤੇ ਤਾਂ ਕਰਕੇ ਮੁਹੰਮਦ ਬਿਨ ਕਾਸਿਮ, ਜਿਹੜਾ ਉਸ ਟਾਈਮ ਸਿਰਫ 17 ਸਾਲ ਦਾ ਬੰਦਾ ਸੀਗਾ, ਸਿਰਫ 17 ਸਾਲ ਦਾ ਸੀ, ਉਹ ਆਇਆ। ਉਹਦੇ ਅਤੇ ਰਾਜਾ ਦਾਹਿਰ ਦੇ ਵਿਚਕਾਰ ਜੰਗ ਹੋਈ, ਜਿਹਨੂੰ ਆਪਾਂ ਬੈਟਲ ਆਫ ਰੇਵਰ ਵੀ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ, ਬੈਟਲ ਆਫ ਰੇਵਰ, ਜਿਹਦੇ ਬਾਰੇ ਆਪਾਂ ਨੂੰ ਬੈਟਲ ਆਫ ਰੇਵਰ ਕਹਿ ਦਿੰਦੇ ਹਾਂ। ਤੇ ਓਬਵੀਅਸ ਜੀ ਗੱਲ ਹੈ, ਇਹਦੇ ਵਿੱਚ ਕੌਣ ਜਿੱਤ ਗਿਆ, ਆਪਣੇ ਕੋਲੇ ਮੁਹੰਮਦ ਬਿਨ ਕਾਸਿਮ ਜਿੱਤ ਗਿਆ ਅਤੇ ਰਾਜਾ ਦਾਹਿਰ ਹਾਰ ਗਿਆ। ਠੀਕ ਹੈ ਜੀ। ਸੋ ਇੱਥੋਂ ਤੁਹਾਨੂੰ 5-4 ਕੁਐਸਚਨ ਕਲੀਅਰ ਹੋ ਗਏ ਹੋਣੇ ਕਿ ਸਭ ਤੋਂ ਪਹਿਲਾ ਅਟੈਕ ਕਿਹਨੇ ਕੀਤਾ ਸੀ, ਮੁਸਲਿਮ ਮੁਹੰਮਦ ਬਿਨ ਕਾਸਿਮ ਨੇ। ਕਿਹਦੇ ਕਹਿਣ ਦੇ ਉੱਤੇ, ਅਰਬ ਦੇ ਰੂਲਰ ਅਲ ਹਜਾਜ ਦੇ ਕਹਿਣ ਦੇ ਉੱਤੇ। ਕਿਹਦੇ ਉੱਤੇ ਕੀਤਾ ਸੀਗਾ,
ਰਾਜਾ ਦਾਹਿਰ ਦੇ ਕਿੱਥੋਂ ਦਾ ਰਾਜਾ ਸੀ? ਸਿੰਧ ਪ੍ਰਦੇਸ਼ ਦਾ ਰਾਜਾ ਸੀਗਾ। ਤੇ ਕਿਹੜੀ ਪੋਰਟ ਦੇ ਉੱਤੇ ਮਤਲਬ ਰੌਲਾ ਚੱਲ ਰਿਹਾ ਸੀਗਾ? ਇਸ ਪੋਰਟ ਦੇ ਉੱਤੇ ਕੀ ਹੋ ਗਿਆ ਸੀਗਾ? ਲੁੱਟ ਕੇ ਲੈ ਗਏ ਸੀਗੇ ਅਲ ਹਜਾਜ ਦੇ ਸਮਾਨ ਨੂੰ ਲੁਟੇਰੇ। ਠੀਕ ਹੈ, ਕਿਹੜੀ ਦੇ? ਦੇਵਲ ਪੋਰਟ ਦੇ ਉੱਤੇ। ਜੰਗ ਦਾ ਨਾਮ ਕੀ ਸੀ? ਬੈਟਲ ਆਫ ਰੇਵਰ, ਜੋ 712 AD ਦੇ ਵਿੱਚ ਹੋਈ ਸੀ ਤੇ ਆਪਣੇ ਕੋਲੇ ਮੁਹੰਮਦ ਬਿਨ ਕਾਸਿਮ ਜਿੱਤ ਗਿਆ ਅਤੇ ਰਾਜਾ ਦਾਹਿਰ ਹਾਰ ਗਿਆ। ਸੋ ਇੱਥੋਂ ਆਪਾਂ ਨੂੰ ਇੰਨੀ ਕੁ ਜਾਣਕਾਰੀ ਮਿਲਦੀ ਹੈ। ਆਈ ਹੋਪ ਕਿ ਤੁਸੀਂ ਨਾਲ ਨਾਲ ਨੋਟ ਕਰ ਰਹੇ ਹੋਵੋਗੇ। ਠੀਕ ਹੈ ਜੀ, ਅਗਲੇ ਕੁਐਸਚਨ ਵੱਲ ਵਧਦੇ ਆਪਾਂ। ਵਿਚ ਟੈਕਸ ਇੰਟਰੋਡਿਊਸ ਬਾय द ਮੁਹੰਮਦ ਬਿਨ ਕਾਸਿਮ। ਬੜੇ ਪਿਆਰ ਨਾਲ ਸਮਝੋ ਬਈ, ਵਿਚ ਟੈਕਸ ਇੰਟਰੋਡਿਊਸ ਬਾय द ਮੁਹੰਮਦ ਬਿਨ ਕਾਸਿਮ। ਤਾਂ ਮੁਹੰਮਦ ਬਿਨ ਕਾਸਿਮ ਓਬਵੀਅਸ ਜੀ ਗੱਲ 712 ਤੇ 12 ਦੇ ਵਿੱਚ ਭਾਰਤ ਦੇ ਵਿੱਚ ਆ ਗਿਆ ਤਾਂ ਇਹਨੇ ਇੱਕ ਭਾਰਤ ਦੇ ਉੱਤੇ ਟੈਕਸ ਲਗਾਇਆ ਜਿਹਨੂੰ ਆਪਾਂ ਕੀ ਕਹਿੰਦੇ ਆ? ਜਜ਼ੀਆ ਟੈਕਸ। ਜਿਹਨੂੰ ਕੀ ਕਿਹਾ ਜਾਂਦਾ ਹੈ? ਜਜ਼ੀਆ ਟੈਕਸ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਣਾ ਜਜ਼ੀਆ ਟੈਕਸ ਹੁੰਦਾ ਕੀ ਹੈ। ਇਹ ਉਹ ਟੈਕਸ ਹੁੰਦਾ ਜੀ ਜਿਹੜਾ ਕਿਸੇ ਵੀ ਨੌਨ ਮੁਸਲਿਮ ਦੇ ਉੱਤੇ ਲੱਗਦਾ। ਕਿਹਦੇ ਉੱਤੇ ਲੱਗਦਾ? ਕਿਸੇ ਵੀ ਨੌਨ ਮੁਸਲਿਮ ਪਰਸਨ ਦੇ ਉੱਤੇ ਲੱਗਦਾ ਹੈ। ਤੁਸੀਂ ਇਹ ਗੱਲ ਤਾਂ ਬਹੁਤ ਵਾਰੀ ਪੜ੍ਹੀ ਹੋਣੀ ਕਿ ਇਹ ਜਿਹੜਾ ਟੈਕਸ ਹੈ ਇਹ ਕਿਹਦੇ ਉੱਤੇ ਲੱਗਦਾ? ਨੌਨ ਮੁਸਲਿਮ ਉੱਤੇ ਲੱਗਦਾ। ਪਰ ਲੱਗਦਾ ਕਿਉਂ ਹੈ? ਇਹ ਲੱਗਦਾ ਕਿਉਂ? ਬੜੇ ਪਿਆਰ ਨਾਲ ਸਮਝੋ ਰਾਜੇ। ਕਾਸਿਮ ਆ ਗਿਆ, ਮੰਨ ਕੇ ਚਲੋ ਫੋਰ ਐਗਜ਼ਾਮਪਲ ਆਹ ਸਿੰਧ ਪ੍ਰਦੇਸ਼ ਹੈ ਜਿਹਦੇ ਉੱਤੇ ਕਾਸਿਮ ਰਾਜ ਕਰ ਰਿਹਾ। ਓਬਵੀਅਸ ਜੀ ਗੱਲ ਹੈ ਇਹਦੇ ਅੰਦਰ ਹਿੰਦੂ ਮੁਸਲਮਾਨ ਵੀ ਆ ਗਏ, ਕਿਉਂਕਿ ਮੁਸਲਮਾਨ ਇਹਦੇ ਕਰਕੇ ਆ ਗਏ। ਹਿੰਦੂ ਲੋਕ ਜਾਂ ਬਾਕੀ ਧਰਮਾਂ ਦੇ ਲੋਕ ਇੱਥੇ ਪਹਿਲਾਂ ਹੀ ਸੀ। ਹੁਣ ਜਦੋਂ ਕਾਸਿਮ ਕੀ ਕਰੂਗਾ? ਕਾਸਿਮ ਨੇ ਇਹਦੇ ਬਾਰਡਰ ਤੇ ਇੱਕ ਸਿਕਿਉਰਿਟੀ ਫੋਰਸ ਵੀ ਤਾਂ ਲਗਾਣੀ ਹੈ ਵੀ ਜੋ ਇਹਦੇ ਬਾਰਡਰ ਦੇ ਉੱਤੇ ਸਾਰੇ ਲੋਕਾਂ ਦੀ ਰੱਖਿਆ ਕਰੂਗੀ। ਹੁਣ ਓਬਵੀਅਸ ਜੀ ਗੱਲ ਹੈ ਜੇ ਉਹ ਇੱਕ ਮੁਸਲਮਾਨ ਰਾਜਾ ਹੋਊਗਾ ਤਾਂ ਉਹ ਜਿਹੜੀ ਸਿਕਿਉਰਿਟੀ ਫੋਰਸ ਹੋਊਗੀ, ਜਿਹੜੀ ਆਰਮੀ ਹੋਊਗੀ, ਉਹਨੂੰ ਵੀ ਕੀ ਰੱਖੂਗਾ? ਉਹ ਮੁਸਲਿਮ ਹੀ ਰੱਖੂਗਾ। ਮੋਸਟਲੀ ਟਾਈਮ ਉਹ ਕੀ ਰੱਖੂਗਾ? ਮੁਸਲਿਮ ਹੀ ਰੱਖੂਗਾ। ਹੁਣ ਅੰਦਰ ਤਾਂ ਹਿੰਦੂ ਵੀ ਨੇ ਜਾਂ ਆਪਣੇ ਕੋਲੇ ਬਾਕੀ ਵੀ ਨੇ, ਨੌਨ ਮੁਸਲਿਮ ਵੀ ਨੇ। ਤਾਂ ਨੌਨ ਮੁਸਲਿਮ ਆਪਣੇ ਇੱਕ ਰੱਖਿਆ ਟੈਕਸ ਦਿੰਦੇ ਸੀਗੇ, ਆਪਣਾ ਇੱਕ ਸਿਕਿਉਰਿਟੀ ਟੈਕਸ ਦਿੰਦੇ ਸੀਗੇ ਜਿਹੜਾ ਕਿ ਰਾਜਾ ਉਹ ਮੁਸਲਿਮ ਸੈਨਾ ਨੂੰ ਬਾਹਰ ਐਜ਼ ਅ ਕੰਮ ਕਰਵਾ ਰਿਹਾ ਸੀਗਾ। ਇਸੇ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਜਜ਼ੀਆ ਟੈਕਸ ਕਹਿ ਦਿੰਦੇ ਹਾਂ। ਇਸੇ ਨੂੰ ਆਪਣੇ ਕੋਲੇ ਜਜ਼ੀਆ ਟੈਕਸ ਕਿਹਾ ਜਾਂਦਾ ਹੈ। ਆਈ ਥਿੰਕ ਕਿ ਤੁਹਾਨੂੰ ਇੱਥੇ ਤੱਕ ਗੱਲ ਕਲੀਅਰ ਹੋ ਗਈ ਹੋਣੀ। ਜਜ਼ੀਆ ਟੈਕਸ। ਤੇ ਜਜ਼ੀਆ ਟੈਕਸ ਕਿਹਦੇ ਉੱਤੇ ਲੱਗਦਾ? ਨੌਨ ਮੁਸਲਿਮ ਦੇ ਉੱਤੇ। ਇਹਨੇ ਸ਼ੁਰੂ ਕੀਤਾ ਪਰ ਇਹਨੇ ਕੁਝ ਆਪਣੇ ਕੋਲੇ ਕੀ ਦਿੱਤੀ ਸੀਗਾ? ਐਕਸੈਪਸ਼ਨ। ਐਕਸੈਪਸ਼ਨ ਦਾ ਮਤਲਬ ਹੁੰਦਾ ਇਹਨੇ ਕੁਝ ਛੂਟ ਦਿੱਤੀਆਂ ਸੀਗੀਆਂ। ਇਹਨੇ ਕੁਝ ਛੂਟ ਦਿੱਤੀਆਂ ਸੀ ਵੀ ਕਿੰਨਾ ਉੱਤੇ ਜਜ਼ੀਆ ਟੈਕਸ ਨਹੀਂ ਲੱਗੂਗਾ। ਸਭ ਤੋਂ ਪਹਿਲਾਂ ਇਹਨੇ ਕਿਹਾ ਸੀ ਬੱਚਿਆਂ ਉੱਤੇ, ਜਿਹੜੇ ਵੀ ਬੱਚੇ ਨੇ ਉਹਦੇ ਉੱਤੇ ਇਹ ਟੈਕਸ ਨਹੀਂ ਲੱਗੂਗਾ। ਜਿਹੜੇ ਵੀ ਬਜ਼ੁਰਗ ਨੇ ਉਹਦੇ ਉੱਤੇ ਇਹ ਟੈਕਸ ਨਹੀਂ ਲੱਗੂਗਾ। ਜਿਹੜੇ ਵੀ ਅਪੰਗ ਨੇ, ਅਪੰਗ ਸਮਝਦੇ ਹੋ? ਡਿਸੇਬਲ, ਉਹਨਾਂ ਉੱਤੇ ਇਹ ਟੈਕਸ ਨਹੀਂ ਲੱਗੂਗਾ। ਜਿਹੜੀਆਂ ਵੀ ਔਰਤਾਂ ਨੇ, ਫੀਮੇਲਸ ਨੇ, ਉਹਨਾਂ ਉੱਤੇ ਇਹ ਟੈਕਸ ਨਹੀਂ ਲੱਗੂਗਾ। ਇਹ ਗੱਲ ਕਿਹਨੇ ਕਹੀ ਸੀ? ਮੁਹੰਮਦ ਬਿਨ ਕਾਸਿਮ ਨੇ, ਕਿ ਭਾਰਤ ਵਿੱਚ ਰਹਿਣ ਵਾਲਿਆਂ ਉੱਤੇ ਟੈਕਸ ਤਾਂ ਜ਼ਰੂਰ ਲੱਗੂਗਾ ਪਰ ਕਿੰਨਾ ਉੱਤੇ ਨਹੀਂ ਲੱਗੂਗਾ? ਬੱਚੇ, ਬਜ਼ੁਰਗ, ਅਪੰਗ ਅਤੇ ਫੀਮੇਲ ਦੇ ਉੱਤੇ ਇਹ ਟੈਕਸ ਐਕਸੈਪਸ਼ਨ। ਠੀਕ ਹੈ, ਐਕਸੈਪਸ਼ਨ। ਠੀਕ ਹੈ ਜੀ, ਇੰਗਲਿਸ਼ ਦੇਖ ਲਿਆ ਕਰੋ। ਉਹ ਤੋਂ ਬਾਅਦ ਜੇ ਮੈਂ ਇਹ ਟੈਕਸ ਨੂੰ ਅੱਗੇ ਲੈ ਕੇ ਜਾਵਾਂ ਤਾਂ ਪੇਪਰ 'ਚ ਆਉਂਦਾ ਹੈ ਕੰਪਲੀਟ ਰੂਪ ਦੇ ਵਿੱਚ। ਐਵੇਂ ਨਹੀਂ, ਕੰਪਲੀਟ ਕਿ ਚਾਹੇ ਕੋਈ ਬੱਚਾ ਹੈ, ਬਜ਼ੁਰਗ ਹੈ, ਬੁੜਾ ਹੈ, ਅਪੰਗ ਹੈ, ਸਭ ਦੇ ਉੱਤੇ ਹੀ ਜਜ਼ੀਆ ਟੈਕਸ ਕਿਹਨੇ ਲਗਾਇਆ ਸੀ? ਤਾਂ ਫਿਰੋਜ਼ ਸ਼ਾਹ ਤੁਗਲਕ ਨੇ। ਕਿਹਨੇ ਲਗਾਇਆ ਸੀਗਾ ਜੀ? ਅੱਗੇ ਜਾ ਕੇ ਫਿਰੋਜ਼ ਸ਼ਾਹ ਤੁਗਲਕ ਨੇ, ਜਿਹਨੇ ਸਭ ਦੇ ਉੱਤੇ ਹੀ ਲਗਾ ਦਿੱਤਾ ਸੀਗਾ। ਤਾਂ ਉਹ ਕੌਣ ਸੀਗਾ? ਫਿਰੋਜ਼ ਸ਼ਾਹ ਤੁਗਲਕ। ਉਹ ਤੋਂ ਬਾਅਦ ਇਹਨੂੰ ਖਤਮ ਕੀਤਾ, ਉਹ ਤੋਂ ਬਾਅਦ ਇਸ ਨੂੰ ਅਬੋਲਿਸ਼ ਕੀਤਾ। ਕਿਹਨੇ ਕੀਤਾ? ਕਿਉਂਕਿ ਇਹਨੇ ਲਗਾਤਾ ਅੱਗੇ ਜਾ ਕੇ ਲਗਾਊਗਾ ਰਾਜੇ। ਲਗਭਗ 1352 ਦੇ ਲਵੇ ਤਵੇ ਦਾ ਟਾਈਮ ਪੀਰੀਅਡ ਆਊਗਾ, ਉਹ ਤੋਂ ਬਾਅਦ ਜਾ ਕੇ ਲਗਾਊਗਾ। ਉਹ ਤੋਂ ਬਾਅਦ ਅਬੋਲਿਸ਼ ਕੌਣ ਕਰੂਗਾ ਜੀ? ਅਬੋਲਿਸ਼ ਕਰੂਗਾ ਅੱਗੇ ਜਾ ਕੇ ਅਕਬਰ। ਅਕਬਰ ਕੀ ਕਰ ਦੂਗਾ? ਇਹਨੂੰ ਖਤਮ ਕਰ ਦੂਗਾ ਇਸ ਟੈਕਸ ਨੂੰ। ਉਹ ਤੋਂ ਬਾਅਦ ਦੁਬਾਰਾ ਸਟਾਰਟ ਕੌਣ ਕਰੂਗਾ? ਰਾਜੇ? ਤਾਂ ਦੁਬਾਰਾ ਸਟਾਰਟ ਆਪਣੇ ਕੋਲੇ ਕਰੂਗਾ ਉਹੀ ਜ਼ਿੰਦਾ ਪੀਰ। ਜ਼ਿੰਦਾ ਪੀਰ ਦਾ ਨਾਮ ਕੀ ਹੈ? ਔਰੰਗਜ਼ੇਬ। ਦੁਬਾਰਾ ਇਹਨੂੰ ਕੌਣ ਸਟਾਰਟ ਕਰੂਗਾ? ਔਰੰਗਜ਼ੇਬ। ਤੇ ਉਹ ਤੋਂ ਬਾਅਦ ਜਮਾ ਹੀ ਖਤਮ ਦਾ ਮਤਲਬ ਕੀ ਹੈ? ਉਹ ਤੋਂ ਬਾਅਦ ਕਦੇ ਵੀ ਨਹੀਂ ਲੱਗਿਆ। ਉਹ ਤੋਂ ਬਾਅਦ ਇਹ ਟੈਕਸ ਕਦੇ ਵੀ ਨਹੀਂ ਲੱਗਿਆ। ਕੀ ਤੋਂ ਬਾਅਦ? ਮੁਹੰਮਦ ਸ਼ਾਹ ਰੰਗੀਲਾ। ਮੁਹੰਮਦ ਸ਼ਾਹ ਰੰਗੀਲਾ। ਇਹਨੇ ਇੱਕ ਵਾਰੀ ਜਦੋਂ ਹਟਾਇਆ ਫਿਰ ਉਹ ਤੋਂ ਬਾਅਦ ਇਹ ਕਦੇ ਵੀ ਨਹੀਂ ਲੱਗਿਆ। ਠੀਕ ਹੈ ਜੀ, ਇਹਨੇ ਕੰਪਲੀਟ ਰੂਪ ਦੇ ਵਿੱਚ ਲਗਾਇਆ ਤੇ ਕੰਪਲੀਟ ਰੂਪ ਦੇ ਵਿੱਚ ਹਟਾਇਆ ਸੀ। ਥੱਲੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਮੁਹੰਮਦ ਸ਼ਾਹ ਰੰਗੀਲਾ ਦੀ ਇੱਕ ਜੰਗ ਹੋਈ ਸੀ ਕਿਹਦੇ ਨਾਲ? ਨਾਦਰ ਸ਼ਾਹ ਦੇ ਨਾਲ। ਕਦੋਂ ਹੋਈ ਸੀ ਅਤੇ ਉਸ ਜੰਗ ਦਾ ਨਾਮ ਕੀ ਸੀ? ਠੀਕ ਹੈ, ਉਹਦੇ ਵਿੱਚ ਹੀ ਕੋਹੀਨੂਰ ਲੁੱਟ ਕੇ ਲੈ ਕੇ ਗਿਆ ਸੀ ਨਾਦਰ ਸ਼ਾਹ। ਤਾਂ ਥੱਲੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਕਦੋਂ ਹੋਈ ਸੀ। ਬਹੁਤ ਬੈਸਟ ਕੁਆਲਿਟੀ ਦਾ ਕੰਟੈਂਟ ਮਿਲ ਰਿਹਾ। ਲੈਕਚਰ ਨੂੰ ਸ਼ੇਅਰ ਜਰੂਰ ਕਰੋ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਜਾਂ ਸਹੇਲੀਆਂ ਦੇ ਨਾਲ ਜਿਹੜੇ ਵੀ ਮਤਲਬ ਪੀਐਸ ਟੈਟ ਦੀ ਤਿਆਰੀਆਂ ਕਰ ਰਹੀਆਂ ਨੇ। ਠੀਕ ਹੈ ਜੀ, ਅੱਗੇ ਕੀ ਕਹਿੰਦਾ? ਹੂ ਸੈਂਟ ਮੁਹੰਮਦ ਬਿਨ ਕਾਸਿਮ ਟੂ ਇੰਡੀਆ। ਹੁਣ ਹੀ ਆਪਾਂ ਕਰਕੇ ਹਟਿਆ ਕਿ ਮੁਹੰਮਦ ਬਿਨ ਕਾਸਿਮ ਨੂੰ ਕਿਹਨੇ ਭੇਜਿਆ ਸੀਗਾ? ਤਾਂ ਅਰਬ ਦਾ ਰੂਲਰ ਸੀਗਾ ਜੀ, ਜਿਹਦਾ ਨਾਮ ਕੀ ਸੀ? ਅਲ ਹਜਾਜ।
ਜਿਹਦਾ ਨਾਮ ਸੀ ਅਲ ਹਜਾਜ। ਇਹਨੇ ਭੇਜਿਆ ਸੀਗਾ ਜੀ ਕਿਹਨੂੰ? ਮੁਹੰਮਦ ਬਿਨ ਕਾਸਿਮ ਨੂੰ ਇੰਡੀਆ। ਤੇ ਇੱਥੇ ਹੀ ਇੱਕ ਗੱਲ ਹੋਰ ਲਿਖ ਲਓ ਰਾਜੇ, ਜਿਹੜਾ ਅਲ ਹਜਾਜ ਸੀਗਾ, ਇਹ ਜਿਹੜਾ ਅਟੈਕ ਸੀਗਾ ਜਿਹੜਾ ਮੁਹੰਮਦ ਬਿਨ ਕਾਸਿਮ ਨੇ ਕੀਤਾ, ਜਿਹੜਾ ਮੁਹੰਮਦ ਬਿਨ ਕਾਸਿਮ ਨੇ ਅਟੈਕ ਕੀਤਾ, ਇਹ ਫਸਟ ਅਰਬ ਅਟੈਕ ਸੀਗਾ ਜੀ, ਪਹਿਲਾ ਅਰਬ ਅਟੈਕ ਸੀ ਜਿਹੜਾ ਅਰਬ ਦੇਸ਼ ਵੱਲੋਂ ਹੋਇਆ ਸੀ। ਤਾਂ ਇਹ ਪਹਿਲਾ ਅਰਬ ਅਟੈਕ ਸੀਗਾ। ਪਹਿਲਾ ਮੁਸਲਿਮ ਅਟੈਕ ਵੀ ਸਕਸੈਸਫੁਲ ਇਹੀ ਸੀਗਾ ਤੇ ਪਹਿਲਾ ਅਰਬ ਅਟੈਕ ਵੀ ਇਹੀ ਸੀ। ਉਸ ਤੋਂ ਬਾਅਦ ਆਜੋ, ਹੂ ਵਾਜ਼ ਦ ਰੂਲਰ ਆਫ ਸਿੰਧ ਵੈਨ ਕਾਸਿਮ ਇਨਵੇਡਡ। ਜਦੋਂ ਕਾਸਿਮ ਨੇ ਇਨਵੇਡ ਕੀਤਾ ਤਾਂ ਕੌਣ ਸੀਗਾ ਜੀ ਆਪਣੇ ਕੋਲੇ? ਰਾਜਾ ਦਾਹਿਰ। ਕਿੱਥੋਂ ਦਾ ਰੂਲਰ ਸੀਗਾ ਜੀ ਇਹ? ਸਿੰਧ ਪ੍ਰਦੇਸ਼ ਦਾ ਕੀ ਸੀਗਾ ਰਾਜੇ? ਰੂਲਰ ਸੀਗਾ। ਇਹਦੇ ਉੱਤੇ ਹੀ ਅਟੈਕ ਕੀਤਾ ਸੀਗਾ। ਤੇ ਜਿਹੜੀ ਦੇਵਲਪੋਰਟ ਮੈਨੇ ਕਰਾਈ ਆ ਰਾਜੇ, ਉਰੇ ਹੀ ਲਿਖ ਲਓ, ਉੱਥੇ ਜਗ੍ਹਾ ਘੱਟ ਸੀ ਮੈਂ ਤਾਂ ਨਹੀਂ ਲਿਖਾਈ। ਦੇਵਲਪੋਰਟ ਕਰਾਚੀ ਦੇ ਵਿੱਚ ਪੈਂਦੀ ਹੈ ਜੀ, ਠੀਕ ਹੈ। ਕਿੱਥੇ ਪੈਂਦੀ ਹੈ? ਕਰਾਚੀ ਦੇ ਵਿੱਚ। ਸਿੰਧ ਦੇ ਵਿੱਚ ਕਰਾਚੀ ਦੇ ਵਿੱਚ ਪੈਂਦੀ ਹੈ ਜੀ। ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਸਾਰਾ ਏਰੀਆ। ਤਾਂ ਇਹ ਚੀਜ਼ ਹੋਈ ਸੀ ਰਾਜਾ ਦਾਹਿਰ ਦੇ ਉੱਤੇ ਹੋਈ ਸੀ, ਠੀਕ ਹੈ ਜੀ। ਜੇ ਕਿਸੇ ਨੂੰ ਪਤਾ ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ, ਰਾਜਾ ਦਾਹਿਰ ਜੋ ਸੀਗਾ ਉਹ ਕਿਹੜੀ ਡਾਇਨੈਸਟੀ ਦਾ ਰਾਜਾ ਸੀ, ਕਿਹੜੇ ਵੰਸ਼ ਦਾ ਰਾਜਾ ਸੀ ਰਾਜਾ ਦਾਹਿਰ, ਠੀਕ ਹੈ। ਮੈਂ ਤੁਹਾਨੂੰ ਇਦਾਂ ਹੀ ਵਨ ਲਾਈਨਰ ਦੇ ਨਾਲ ਸਾਰੀ ਮੈਡੀਵਲ ਹਿਸਟਰੀ ਹੈ ਜੇ ਇੱਥੇ करवा दूंगा। आगे क्वेश्चन किया, हु वाज द रूलर ऑफ सिंध व्हेन कासिम इन्वेडेड। आई थिंक के सेम क्वेश्चन दो आगे, रूलर ऑफ सिंध व्हेन कासिम इन्वेडेड, हु वाज द रूलर ऑफ सिंध व्हेन कासिम इन्वेडेड। सेम ही क्वेश्चन है ना ये, सिंध सेम ही है जी, क्वेश्चन सेम ही होगा, सॉरी चलो कोई नहीं। विच बुक गेव द इन्फॉर्मेशन अबाउट द सिंध इन्वेजन ऑफ कासिम। मोस्ट इंपॉर्टेंट जो भी आपने पढ़िया, कासिम आया ऐ करके होया, उन्हें असल च कासिम के बारे होर भी लिख लो कि एक तो जजिया टैक्स लगाया सी, होर कासिम ने उरे आके की करिया? अरबी घोड़े लैके आया सीगा, अरबी हॉर्सिस भी कौन लैके आया सीगा? कासिम लैके आया सीगा जी भारत दे विच। उस तो बाद डेट्स जिन्होंने आपां खजूर कहने आ, खजूर की खेती भी किसने शुरू करी सी अपने कोले? कासिम ने ही शुरू करी सी। उस तो अलावा जे मैं गल करा दिरहम, जिहड़ी दिरहम करंसी है उन्होंने भी कौन लैके आया सी भारत दे विच? यही लैके आया सी। तां ये सारी जानकारी आपां नूं किहड़ी किताब तो मिलदी है? चचनामा। ये सारी आपां नूं जानकारी जो मिलती है चचनामा तो मिलती है। इंपॉर्टेंट क्वेश्चन है कि किहड़ी किताब तो ये सारी जानकारी मिलती है? चचनामा नाम की किताब तो ये सारी जानकारी आपां नूं मिलती है। हु वाज द फाउंडर ऑफ गजनी डायनेस्टी। इंपॉर्टेंट क्वेश्चन कि जो गजनी डायनेस्टी है, गजनी वंश है, इसका दूजा नाम की है? यामनी वंश। इसका दूजा नाम की है राजे? यामनी डायनेस्टी या यामनी वंश। तो यदि अपने को स्थापना किसने की सी? हु वाज द फाउंडर ऑफ गजनी या यामनी डायनेस्टी। तो यदा फाउंडर सीगा अपने को कौन? अलप्तगिन। अलप्तगिन तो बाद कौन आया? सुबुक्तगिन। सुबुक्तगिन तो बाद कौन आया राजे? महमूद गजनी, जिन्होंने तुसी महमूद या मुहम्मद गजनी कह देंदे हो, ठीक है जी। उस तो बाद कौन आया सी? महमूद गजनी आया सी। ये अपने कोले जिहड़ा सीगा गजनी डायनेस्टी, ये अपने कोले फस्ट तुर्क सीगे, ये पहले तुर्किश इन्वेडर सीगे भारत दे विच, ठीक है। आई पहला तुर्किश इन्वेडर सीगा जी मुहम्मद गजनी, मतलब तुर्क जिहड़े सीगे पहले वो किहड़े सीगे? गजनी डायनेस्टी वाले सीगे, जिन्हां ने भारत दे विच की कीता सीगा? हमला कीता सी। तां गजनी डायनेस्टी नूं होर की कहंदे ने? यामिनी वंश या यामिनी डायनेस्टी कहंदे ने। ये पहले तुर्क सी जिन्हां ने हमला कीता सी। गजनी डायनेस्टी की स्थापना की सी अलप्तगिन ने। उस तो बाद आया सुबुक्तगिन, उस तो बाद सुबुक्तगिन का मुंडा महमूद गजनी आया सी। सो इस क्वेश्चन तो आपां नूं इन्नी जानकारी मिलती है। अगे होर भी क्वेश्चन ने इहदे उत्ते बहुत सारे होणगे। वैन वाज द फस्ट टाइम गजनी इन्वेड। तुहानूं पता होना चाहिए ये किहड़े गजनी की गल चल रही है? महमूद गजनी की गल चल रही है। किहदी गल चल रही है? महमूद गजनी या मुहम्मद गजनी की आपां गल कर रहे हैं, ठीक है। महमूद गजनी कह दो, मुहम्मद कह दो, जो भी कह दो। तो इन्हें अपने को जो पहला अटैक किया राजे 1000 AD दे विच कीता सी। इंपॉर्टेंट पहला अटैक इन्हें 1000 AD दे विच कीता सी। कित्थे कीता सी? पेशावर दे राजे। कित्थे? पेशावर दा राजा सीगा जी जिहदा नाम की सी? जयपाल। जिहदा नाम सी जयपाल, उहदे उत्ते कीता सीगा जी। पेशावर दे राजे जयपाल दे उत्ते कीता सी। पर इस लड़ाई का कोई भी नतीजा नहीं रहा। नो रिजल्ट। जो ये जंग हुई सी इहदा कोई भी रिजल्ट नहीं रहा। तो जे मैं गजनी की गल करा, गजनी ने 1000 AD तो लैके 1027 AD तक लगभग किन्ने हमले किए? तां 17 अटैक किए भारत की वख-वख जगहों के उत्ते।
ਲਗਭਗ ਕਿੰਨੇ ਅਟੈਕ ਕੀਤੇ 1000 ਤੋਂ ਲੈ ਕੇ 1027 ਤੱਕ ਉਹਨੇ ਆਪਣੇ ਕੋਲੇ 17 ਹਮਲੇ ਕੀਤੇ ਸੀ, ਜਿਹਦੇ ਵਿੱਚੋਂ ਇੰਪੋਰਟੈਂਟ ਆਪਾਂ ਸ਼ਾਇਦ ਅੱਗੇ ਕੁਐਸਚਨ ਆ ਜਾਊਗਾ ਉਹਦੇ ਵਿੱਚ ਕਰ ਲਾਂਗੇ। ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਫਸਟ ਟਾਈਮ ਉਹਨੇ 1000 AD ਦੇ ਵਿੱਚ ਕੀ ਕੀਤਾ ਸੀਗਾ, ਹਮਲਾ ਕੀਤਾ ਸੀ ਭਾਰਤ ਦੇ ਵਿੱਚ, ਠੀਕ ਹੈ ਜੀ, ਭਾਰਤ ਦੇ ਪੇਸ਼ਾਵਰ ਦੇ ਵਿੱਚ, ਠੀਕ ਹੈ। ਹਾਊ ਮਚ ਟੋਟਲ ਅਟੈਕ ਬਾਈ ਗਜ਼ਨੀ, ਤਾਂ ਗਜ਼ਨੀ ਨੇ ਟੋਟਲ ਕਿੰਨੇ ਅਟੈਕ ਕੀਤੇ ਸੀ, 17 ਹਮਲੇ ਕੀਤੇ ਸੀ, ਜਿਹਦੇ ਵਿੱਚੋਂ ਪਹਿਲਾ ਹਮਲਾ ਉਹਨੇ ਕਦੋਂ ਕੀਤਾ ਸੀ 1000 AD ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇੱਕ ਹੋਰ ਲਿਖ ਲਓ ਬਈ, ਉਹਦਾ ਜਿਹੜਾ ਦੂਜਾ ਹਮਲਾ ਸੀਗਾ ਉਹ ਸੀਗਾ 1001 AD ਦੇ ਵਿੱਚ, ਜਿਹਦਾ ਆਪਾਂ ਕਿਹਦੇ ਉੱਤੇ ਕੀਤਾ ਸੀ, ਉਹਨੇ ਅਗੇਨ ਜੈਪਾਲ ਦੇ ਉੱਤੇ ਕੀਤਾ ਸੀ। ਕਿਹਦੇ ਉੱਤੇ ਕੀਤਾ ਸੀਗਾ, ਜੈਪਾਲ ਦੇ ਉੱਤੇ ਕੀਤਾ ਸੀ। ਤੇ ਇਹਨੂੰ ਹੀ ਕਹਿੰਦੇ ਆ ਆਪਾਂ ਫਸਟ ਬੈਟਲ ਆਫ, ਇਹਨੂੰ ਹੀ ਕੀ ਕਿਹਾ ਜਾਂਦਾ, ਫਸਟ ਬੈਟਲ ਆਫ ਵਾਹਿੰਦ। ਇੰਪੋਰਟੈਂਟ ਕੁਐਸਚਨ ਕਿ ਫਸਟ ਬੈਟਲ ਆਫ ਵਾਹਿੰਦ ਕਿਹਦੇ ਵਿਚਕਾਰ ਹੋਈ ਸੀ, ਮਹਿਮੂਦ ਗਜ਼ਨੀ ਅਤੇ ਜੈਪਾਲ ਦੇ ਵਿਚਕਾਰ ਹੋਈ ਸੀ, ਜਿਹਦੇ ਵਿੱਚ ਜੈਪਾਲ ਹਾਰ ਗਿਆ, ਮਾਰਿਆ ਨਹੀਂ ਗਜ਼ਨੀ ਨੇ, ਗਜ਼ਨੀ ਨੇ ਸਿਰਫ ਕੀ ਕਰਿਆ, ਉਹਨੂੰ ਹਰਾਇਆ। ਹੋਈ ਕਦੋਂ ਸੀ 1001 AD ਦੇ ਵਿੱਚ, 1000 ਦੇ ਵਿੱਚ ਇੱਕ ਬੈਟਲ ਹੋਈ, ਉਹ ਕੋਈ ਨਤੀਜਾ ਨਹੀਂ ਨਿਕਲਿਆ। 1001 ਦੇ ਵਿੱਚ ਫਸਟ ਬੈਟਲ ਆਫ ਵਾਹਿੰਦ ਹੋਈ, ਜਿਹਦੇ ਵਿੱਚ ਇੱਕ ਪਾਸੇ ਜੈਪਾਲ ਸੀ, ਦੂਜੇ ਪਾਸੇ ਗਜ਼ਨੀ ਸੀਗਾ, ਤੇ ਜੈਪਾਲ ਹਾਰ ਗਿਆ। ਤੇ ਉਹ ਇਸ ਬੇਇੱਜ਼ਤੀ ਨੂੰ, ਜਿਹੜੀ ਇਹ ਬੇਇੱਜ਼ਤੀ ਹੋਈ ਵਿਚਾਰੇ ਦੀ, ਉਹਨੂੰ ਕੀ ਨਹੀਂ ਕਰ ਪਾਇਆ, ਸਹਿਨ ਨਹੀਂ ਕਰ ਪਾਇਆ, ਤੇ ਉਹਨੇ ਆਪਣੇ ਆਪ ਨੂੰ ਕੀ ਲਗਾ ਲਈ, ਅੱਗ ਲਗਾ ਲਈ। ਜਿਹੜਾ ਜੈਪਾਲ ਸੀ ਉਹਨੇ ਆਪਣੇ ਆਪ ਨੂੰ ਕੀ ਕਰ ਲਈ ਬੱਚੇ, ਅੱਗ ਲਗਾ ਲਈ, ਠੀਕ ਹੈ ਜੀ। ਤਾਂ ਉਹਦਾ ਮੁੰਡਾ ਹੋਊਗਾ ਅੱਗੇ ਜਾ ਕੇ ਆਨੰਦਪਾਲ, ਉਹ ਸੈਕੰਡ ਬੈਟਲ ਆਫ ਵਾਹਿੰਦ ਲੜੂਗਾ, ਉਹ ਆਪਾਂ ਅੱਗੇ ਗੱਲ ਕਰ ਲਾਂਗੇ। ਪਰ ਇੱਥੇ ਇੰਪੋਰਟੈਂਟ ਕੀ ਹੈ, ਕੁੱਲ 17 ਹਮਲੇ ਕੀਤੇ ਸੀ, ਜਿਹਦੇ ਵਿੱਚੋਂ 16ਵਾਂ ਜੋ ਹਮਲਾ ਸੀਗਾ 16th ਹਮਲਾ, ਉਹ ਕਦੋਂ ਕੀਤਾ ਸੀ, 1025 ਦੇ ਵਿੱਚ ਕੀਤਾ ਸੀਗਾ ਜੀ। ਕਿੱਥੇ ਕੀਤਾ ਸੀਗਾ, ਸੋਮਨਾਥ ਦੇ ਉੱਤੇ। ਸੋਮਨਾਥ ਤੁਹਾਨੂੰ ਸਭ ਨੂੰ ਪਤਾ ਹੋਊਗਾ, ਸੋਮਨਾਥ ਦਾ ਟੈਂਪਲ ਹੈ ਕਿੱਥੇ ਹੈ, ਤਾਂ ਆਪਣੇ ਕੋਲੇ ਗੁਜਰਾਤ ਦੇ ਵਿੱਚ ਹੈ। ਕਿੱਥੇ ਹੈ, ਗੁਜਰਾਤ ਦੇ ਵਿੱਚ ਹੈ। ਤੇ ਕਹਿੰਦੇ ਨੇ ਬਈ ਆਪਣੇ ਕੋਲੇ ਗਜ਼ਨੀ ਨੂੰ ਇੱਕ ਹੋਰ ਨਾਮ, ਇੱਥੇ ਮੈਂ ਗਜ਼ਨੀ ਹੀ ਕਹਿ ਰਿਹਾ, ਵੈਸੇ ਤਾਂ ਗਜ਼ਨੀ ਡਾਇਨੈਸਟੀ ਸੀ, ਇੱਥੇ ਮੈਂ ਗਜ਼ਨੀ ਹੀ ਆਪਣੇ ਕੋਲ ਰਿਪਰੈਜ਼ੈਂਟ ਕਰ ਰਿਹਾ। ਤਾਂ ਗਜ਼ਨੀ ਨੂੰ ਬੁੱਤ ਸ਼ਿਕਨ ਵੀ ਕਿਹਾ ਜਾਂਦਾ ਹੈ। ਕਿਉਂ, ਬੁੱਤ ਸ਼ਿਕਨ, ਜਾਂ ਇਹਨੂੰ ਕਹਿੰਦੇ ਨੇ ਮੂਰਤੀਆਂ ਤੋੜਨ ਵਾਲਾ, ਮੂਰਤੀਆਂ ਤੋੜਨ ਵਾਲਾ ਜਾਂ ਮੂਰਤੀ ਭੰਜਕ, ਕੁਝ ਵੀ ਕਹਿ ਲਓ ਰਾਜੇ, ਕੁਝ ਵੀ ਨਾਮ ਆ ਸਕਦਾ ਹੈ। ਮੂਰਤੀ ਭੰਜਕ, ਮੂਰਤੀ ਭੰਜਕ ਮਤਲਬ ਕੀ ਹੋਇਆ, ਜਦੋਂ ਗਜ਼ਨੀ ਆਂਦਾ ਸੀ ਨਾ ਮੰਦਰਾਂ ਦੇ ਵਿੱਚ, ਤਾਂ ਉਹ ਮੰਦਰਾਂ ਦੇ ਵਿੱਚ ਮੂਰਤੀਆਂ ਨੂੰ ਆਪਣੇ ਹੱਥਾਂ ਨਾਲ ਤੋੜਦਾ ਸੀ। ਮੂਰਤੀਆਂ ਤੇ ਆ ਮੰਦਰਾਂ ਤੇ ਕਿਉਂ ਹਮਲੇ ਕਰਦੇ ਸੀ ਜਿਹੜੇ ਅਟੈਕਰ ਹੁੰਦੇ ਸੀਗੇ, ਕਿਉਂਕਿ ਉਸ ਟਾਈਮ ਦੇ ਉੱਤੇ ਭਾਰਤ ਨੂੰ ਕੀ ਕਿਹਾ ਜਾਂਦਾ ਸੀਗਾ, ਇੱਕ ਸੋਨਾ, ਮਤਲਬ ਭਾਰਤ ਦੇ ਮੰਦਰਾਂ ਦੇ ਵਿੱਚ ਬਹੁਤ ਸਾਰਾ ਮੂਰਤੀਆਂ ਸੋਨੇ ਦੀਆਂ, ਉੱਥੇ ਕਹਿੰਦੇ ਨੇ ਗੁਜਰਾਤ ਦੇ ਵਿੱਚ ਜਦੋਂ ਇਹ ਲੁੱਟਣ ਗਿਆ, ਸੜਕਾਂ ਦੇ ਉੱਤੇ ਇੱਟਾਂ ਜੋ ਲੱਗੀਆਂ ਸੀ ਉਹ ਵੀ ਸੋਨੇ ਦੀ ਸੀਗੀਆਂ, ਤਾਂ ਉਹ ਸਾਰਾ ਕੁਝ ਆਪਣੇ ਕੋਲ ਲੁੱਟ ਕੇ ਲੈ ਗਿਆ, ਤੇ ਇਹ ਮੂਰਤੀਆਂ ਨੂੰ ਆਪ ਤੋੜਿਆ ਕਰਦਾ ਸੀ, ਜਿਹਦੇ ਕਰਕੇ ਇਹਨੂੰ ਕੀ ਕਿਹਾ ਜਾਣ ਲੱਗਿਆ, ਬੁੱਤ ਸ਼ਿਕਨ ਜਾਂ ਬੁੱਤ ਤੋੜਨ ਵਾਲਾ। ਬੁੱਤ ਸ਼ਿਕਨ, ਤੁਹਾਨੂੰ ਉਹ ਗਾਣਾ ਸੁਣਿਆ ਹੋਊਗਾ ਨੁਸਰਤ ਸਾਹਿਬ ਦਾ, ਐ ਵਾਦਾ ਸ਼ਿਕਨ ਉਹ ਵਾਦਾ ਸ਼ਿਕਨ, ਵਾਦਾ ਤੋੜਨ ਵਾਲਾ। ਤਾਂ ਸ਼ਿਕਨ ਦਾ ਮਤਲਬ ਕੀ ਹੁੰਦਾ, ਤੋੜਨ ਵਾਲਾ। ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਪੰਜਾਬੀ ਦੇ ਪੇਪਰ ਇਹਦੇ ਵਿੱਚ ਆ ਸਕਦੇ। ਤਾਂ ਇੱਥੋਂ ਕੁਐਸਚਨ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ, ਕਿੰਨੇ ਅਟੈਕ ਕੀਤੇ ਸੀ, ਤਾਂ ਉਹਨੇ 17 ਅਟੈਕ ਕੀਤੇ ਸੀ। 16ਵਾਂ ਅਟੈਕ ਇੰਪੋਰਟੈਂਟ ਹੈ, 1025 ਦੇ ਵਿੱਚ ਸੋਮਨਾਥ ਮੰਦਿਰ ਗੁਜਰਾਤ ਦੇ ਵਿੱਚ ਉਹਨੇ ਕੀਤਾ ਸੀ, ਠੀਕ ਹੈ ਜੀ। ਜੈਪਾਲ ਵਾਜ ਦਾ ਰੂਲਰ ਆਫ ਵਿਚ ਡਾਇਨੈਸਟੀ, ਤਾਂ ਜੈਪਾਲ ਕਿਹੜੀ ਡਾਇਨੈਸਟੀ ਦਾ ਰੂਲਰ ਸੀਗਾ, ਹਿੰਦੂ ਸ਼ਾਹੀ ਡਾਇਨੈਸਟੀ ਦਾ। ਕਿਹੜੀ ਡਾਇਨੈਸਟੀ ਦਾ ਰੂਲਰ ਸੀਗਾ ਜੀ, ਹਿੰਦੂ ਸ਼ਾਹੀ ਡਾਇਨੈਸਟੀ ਦਾ ਆਪਣੇ ਕੋਲੇ ਕੀ ਸੀ, ਰੂਲਰ ਸੀਗਾ, ਠੀਕ ਹੈ। ਇਹ ਜੰਗ ਕਿਉਂ ਕਰਨ ਆਇਆ ਸੀਗਾ, ਇਹ ਵੀ ਸਮਝ ਲਓ। ਜੈਪਾਲ ਅਤੇ ਆਪਣੇ ਕੋਲੇ ਜਿਹੜਾ ਸੁਬੁਕਤਗਿਨ ਸੀਗਾ, ਜੈਪਾਲ ਸੀਗਾ ਇੱਕ, ਸੁਬੁਕਤਗਿਨ ਸੀਗਾ, ਮਿਟ ਜਾਓ ਏ, ਹਾਂ ਜੈਪਾਲ ਸੀ ਇੱਕ, ਕੌਣ ਸੀਗਾ, ਸੁਬੁਕਤਗਿਨ। ਇਹਨਾਂ ਦੀ 997-98 ਦੇ ਵਿੱਚ ਲੜਾਈ ਹੋਈ ਸੀ, ਜਿਹਦੇ ਵਿੱਚ ਇਹ ਮਰ ਗਿਆ ਸੀਗਾ, ਕੌਣ, ਸੁਬੁਕਤਗਿਨ। ਤੇ ਸੁਬੁਕਤਗਿਨ ਕਿਹਦਾ ਬਾਪ ਸੀਗਾ, ਆਪਣੇ ਕੋਲੇ ਗਜ਼ਨੀ ਦਾ, ਜਿਹਦੇ ਕਰਕੇ ਗਜ਼ਨੀ ਆਪਣਾ ਬਦਲਾ ਲੈਣ ਲਈ ਇੱਥੇ ਕੀ ਕਰ ਰਿਹਾ, ਸਭ ਤੋਂ ਪਹਿਲਾ ਹਮਲਾ ਉਹਨੇ ਆਪਣਾ ਬਦਲਾ ਲੈਣ ਲਈ ਕੀਤਾ ਸੀਗਾ। ਸਭ ਤੋਂ ਪਹਿਲਾ ਹਮਲਾ ਸਿਰਫ ਉਹਨੇ ਆਪਣੀ ਬਦਲੇ ਦੀ ਭਾਵਨਾ ਨਾਲ ਕੀਤਾ ਸੀ। ਤਾਂ ਇਹ ਕਿਹੜੀ ਡਾਇਨੈਸਟੀ ਦਾ ਸੀਗਾ ਜੀ, ਹਿੰਦੂ ਸ਼ਾਹੀ ਡਾਇਨੈਸਟੀ ਦਾ ਸੀ। ਅੱਗੇ ਆ ਗਿਆ, ਵੈਨ ਵਾਜ ਦਾ ਫਸਟ ਬੈਟਲ ਆਫ ਵਾਹਿੰਦ ਐਂਡ ਵਿਦ ਹੂਮ ਗਜ਼ਨੀ ਫਾਊਟ। ਦੇਖੋ ਹੁਣੀ ਮੈਂ ਕਰਵਾ ਕੇ ਹਟਿਆ, 1001 ਦੇ ਵਿੱਚ ਫਸਟ ਬੈਟਲ ਆਫ ਵਾਹਿੰਦ ਹੋਈ ਸੀ। ਕੀ ਹੋਈ ਸੀ, ਫਸਟ ਬੈਟਲ ਆਫ ਵਾਹਿੰਦ ਕਿਹਦੇ ਵਿਚਕਾਰ ਹੋਈ ਸੀ, ਇੱਕ ਪਾਸੇ ਸੀਗਾ ਆਪਣੇ ਕੋਲ ਕੌਣ, ਜੈਪਾਲ, ਦੂਜੇ ਪਾਸੇ ਕੌਣ ਸੀਗਾ, ਗਜ਼ਨੀ। ਕੌਣ ਹਾਰ ਗਿਆ ਸੀਗਾ, ਜੈਪਾਲ ਹਾਰ ਗਿਆ ਸੀ, ਗਜ਼ਨੀ ਜਿੱਤ ਗਿਆ ਸੀ। ਨਾਲ ਹੀ ਲਿਖ ਲਓ ਰਜੇ 1008-9 ਦੇ ਵਿੱਚ, 1008-9, ਕਿਤੇ ਕਿਤੇ 8 ਮਿਲਦਾ, ਕਿਤੇ ਕਿਤੇ 9 ਮਿਲਦਾ, ਸੈਕਿੰਡ ਬੈਟਲ ਆਫ ਵਾਹਿੰਦ ਹੋਈ ਸੀ ਜੀ। ਕੀ ਹੋਈ ਸੀ, ਸੈਕਿੰਡ ਬੈਟਲ ਆਫ
ਵਾਹਿੰਦ ਹੋਈ ਸੀ। ਫਸਟ ਬੈਟਲ ਆਫ ਵਾਹਿੰਦ ਕਦੋਂ ਹੋਈ ਸੀ ਆਪਣੇ ਕੋਲ 1001 ਦੇ ਵਿੱਚ, 1008-9 ਦੇ ਵਿੱਚ ਸੈਕਿੰਡ ਬੈਟਲ ਆਫ ਵਾਹਿੰਦ ਹੋਈ। ਇਹ ਕਿਹਦੇ ਵਿਚਕਾਰ ਹੋਈ? ਇੱਕ ਪਾਸੇ ਸੀਗਾ ਗਜ਼ਨੀ, ਇੱਕ ਪਾਸੇ ਕੌਣ ਸੀਗਾ ਜੀ? ਗਜ਼ਨੀ। ਦੂਜੇ ਪਾਸੇ ਕੌਣ ਸੀਗਾ? ਉਹਦਾ ਮੁੰਡਾ, ਕਿਹਦਾ? ਜੈਪਾਲ ਦਾ ਮੁੰਡਾ, ਜਿਹਦਾ ਨਾਮ ਸੀ ਆਨੰਦਪਾਲ, ਜਿਹਦਾ ਨਾਮ ਸੀ ਆਨੰਦਪਾਲ। ਇੱਕ ਪਾਸੇ ਸੀ ਜੈਪਾਲ, ਦੂਜੇ ਪਾਸੇ ਸੀ ਆਨੰਦਪਾਲ। ਤੇ ਇਹ ਵੀ ਬੈਟਲ ਕੌਣ ਹਾਰ ਗਿਆ? ਆਨੰਦਪਾਲ ਹਾਰ ਗਿਆ ਅਤੇ ਗਜ਼ਨੀ ਜਿੱਤ ਗਿਆ। ਇਹ ਚੀਜ਼ਾਂ ਨੂੰ ਯਾਦ ਰੱਖਿਓ, ਪੇਪਰ 'ਚ ਕੁਐਸਚਨ ਇਹੋ ਜਿਹੇ ਹੀ ਬਣਦੇ ਹਨ। ਠੀਕ ਹੈ, ਚਲੋ ਅੱਗੇ। ਇਨ ਵਿਚ ਅਟੈਕ ਗਜ਼ਨੀ ਇਨਵੇਡ ਸੋਮਨਾਥ ਮੰਦਿਰ। ਤੁਹਾਨੂੰ ਮੈਂ ਹੁਣੇ ਦੱਸਿਆ ਕਿ 1025 ਦੇ ਵਿੱਚ ਆਪਣੇ 16ਵੇਂ ਅਟੈਕ ਦੇ ਵਿੱਚ ਉਹਨੇ ਕਿੱਥੇ ਹਮਲਾ ਕੀਤਾ ਸੀਗਾ? ਸੋਮਨਾਥ ਦੇ ਮੰਦਿਰ ਦੇ ਵਿੱਚ ਕੀਤਾ ਸੀ। ਜੇ ਕਿਸੇ ਨੂੰ ਪਤਾ ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਜਦੋਂ ਉਹਨੇ ਗੁਜਰਾਤ ਦੇ ਸੋਮਨਾਥ ਮੰਦਿਰ 'ਚ ਹਮਲਾ ਕੀਤਾ ਉਦੋਂ ਗੁਜਰਾਤ ਦੇ ਵਿੱਚ ਕੌਣ ਰਾਜ ਕਰ ਰਿਹਾ ਸੀ? ਠੀਕ ਹੈ। ਵਿਚ ਬੁੱਕ ਰਿਟਨ ਬਾਏ ਅਲ ਬਰੂਨੀ, ਮੋਸਟ ਇੰਪੋਰਟੈਂਟ। ਅਲ ਬਰੂਨੀ ਇਹ ਇੱਕ ਕੀ ਹੋਇਆ? ਹਿਸਟੋਰੀਅਨ ਹੋਇਆ ਜੀ। ਇਹ ਇੱਕ ਇਤਿਹਾਸਕਾਰ ਹੋਇਆ, ਹਿਸਟੋਰੀਅਨ ਹੋਇਆ। ਕਿਹਦੇ ਨਾਲ ਆਇਆ ਸੀ ਇਹ? ਗਜ਼ਨੀ ਦੇ ਨਾਲ ਆਇਆ ਸੀ। ਕਿਹਦੇ ਨਾਲ ਆਇਆ ਸੀਗਾ ਜੀ ਇਹ? ਗਜ਼ਨੀ ਦੇ ਨਾਲ ਆਇਆ ਸੀ। ਤੇ ਅਲ ਬਰੂਨੀ ਦੀ ਕਿਤਾਬ ਦਾ ਨਾਮ ਕੀ ਹੈ? ਕਿਤਾਬ ਉਲ ਹਿੰਦ, ਮੋਸਟ ਇੰਪੋਰਟੈਂਟ, ਕਿਤਾਬ ਉਲ ਹਿੰਦ। ਪੇਪਰ 'ਚ 2-3 ਕੁਐਸਚਨ ਆਣਗੇ ਕਿ ਅਲ ਬਰੂਨੀ ਕਿਹਦੇ ਨਾਲ ਆਇਆ ਸੀਗਾ? ਗਜ਼ਨੀ ਦੇ ਨਾਲ ਆਇਆ ਸੀ। ਇਹਨੇ ਕਿਹੜੀ ਕਿਤਾਬ ਲਿਖੀ ਹੈ? ਤਾਂ ਇਹਨੇ ਆਪਣੇ ਕੋਲ ਲਿਖੀ ਹੈ ਕਿਤਾਬ ਉਲ ਹਿੰਦ। ਗਜ਼ਨੀ ਦੇ ਨਾਲ ਇੱਕ ਹੋਰ ਬੰਦਾ ਆਇਆ ਸੀ ਜਿਹਦਾ ਨਾਮ ਸੀ ਫਿਰਦੌਸੀ, ਮੋਸਟ ਇੰਪੋਰਟੈਂਟ, ਫਿਰਦੌਸੀ। ਇਹ ਵੀ ਗਜ਼ਨੀ ਦੇ ਨਾਲ ਹੀ ਆਇਆ ਸੀ। ਇਹਨੇ ਕਿਤਾਬ ਲਿਖੀ ਹੈ ਕਿਹੜੀ? ਸ਼ਾਹਨਾਮਾ। ਇਹਨੇ ਆਪਣੇ ਕੋਲ ਕਿਹੜੀ ਕਿਤਾਬ ਲਿਖੀ ਹੈ? ਸ਼ਾਹਨਾਮਾ। ਤੇ ਫਿਰਦੌਸੀ ਨੂੰ ਹੀ ਕੀ ਕਿਹਾ ਜਾਂਦਾ ਹੈ? ਹੋਮਰ ਆਫ ਈਸਟ। ਹੋਮਰ ਆਫ ਈਸਟ ਮਤਲਬ ਈਸਟ ਦਾ ਹੋਮਰ। ਹੋਮਰ ਇੱਕ ਬਹੁਤ ਤਕੜਾ ਕੀ ਹੋਇਆ? ਰਾਈਟਰ ਹੋਇਆ। ਜਿਵੇਂ ਆਪਾਂ ਸ਼ਿਵ ਕੁਮਾਰ ਨੂੰ ਕਹਿੰਦੇ ਆ ਕਿ ਆਪਣੇ ਕੋਲੇ ਭਾਰਤ ਦਾ ਜੌਨ ਕੀਟਸ ਕਹਿੰਦੇ ਨਾ, ਜੌਨ ਕੀਟਸ ਆਪਣੇ ਕੋਲੇ ਬਾਹਰਲਾ ਬੰਦਾ ਪੋਇਟ ਹੋਇਆ, ਰਾਈਟਰ ਹੋਇਆ। ਆਪਾਂ ਭਾਰਤ ਦੇ ਵਿੱਚ ਕਿਹਨੂੰ ਕਹਿ ਦਿੰਦੇ ਆ? ਆਪਣੇ ਕੋਲੇ ਭਾਰਤ ਦਾ ਜੌਨ ਕੀਟਸ ਜਾਂ ਪੰਜਾਬ ਦਾ ਜੌਨ ਕੀਟਸ ਕੌਣ ਹੈ? ਸ਼ਿਵ ਕੁਮਾਰ ਬਟਾਲਵੀ। ਉਸੇ ਤਰੀਕੇ ਨਾਲ ਆਪਣੇ ਕੋਲੇ ਹੋਮਰ ਆਫ ਈਸਟ ਕਿਹਨੂੰ ਕਹਿੰਦੇ ਨੇ? ਹੋਮਰ ਬਹੁਤ ਤਕੜਾ ਪੋਇਟ ਹੋਇਆ, ਤਾਂ ਫਿਰਦੌਸੀ ਨੂੰ ਕਿਹਾ ਜਾਂਦਾ ਹੈ। ਇੱਕ ਬੰਦਾ ਹੋਰ ਆਇਆ ਸੀ ਜਿਹਦਾ ਨਾਮ ਕੀ ਸੀਗਾ? ਉਤਬੀ। ਇੱਕ ਬੰਦਾ ਹੋਰ ਆਇਆ ਸੀ ਰਾਈਟਰ ਜਿਹਦਾ ਨਾਮ ਕੀ ਹੈ? ਉਤਬੀ ਹੈ। ਤੇ ਜੇ ਮੈਂ ਉਤਬੀ ਦੀ ਗੱਲ ਕਰਾਂ ਤਾਂ ਇਹਨੇ ਆਪਣੇ ਕੋਲੇ ਲਿਖੀ ਹੈ ਤਾਰੀਕ ਏ ਯਾਮਿਨੀ। ਤਾਰੀਕ ਏ ਯਾਮਿਨੀ ਕਿਤਾਬ ਇਹ ਕਿਹਦੀ ਆ ਆਪਣੇ ਕੋਲੇ? ਉਤਬੀ ਦੀ ਹੈ। ਇਹ ਤਿੰਨੇ ਕਿਤਾਬਾਂ ਯਾਦ ਰੱਖਿਓ ਆਪਣੇ ਕੋਲੇ। ਅਲ ਬਰੂਨੀ ਦੀ ਕਿਹੜੀ ਕਿਤਾਬ ਹੈ? ਕਿਤਾਬ ਉਲ ਹਿੰਦ। ਫਿਰਦੌਸੀ ਦੀ ਕਿਹੜੀ ਹੈ? ਸ਼ਾਹਨਾਮਾ। ਤੇ ਉਤਬੀ ਦੀ ਕਿਹੜੀ ਹੈ? ਤਾਰੀਕ ਏ ਯਾਮਿਨੀ। ਤੇ ਫਿਰਦੌਸੀ ਨੂੰ ਹੀ ਆਪਣੇ ਕੋਲੇ ਹੋਮਰ ਆਫ ਦ ਈਸਟ ਕਹਿੰਦੇ ਨੇ। ਤੇ ਇਹ ਪੋਇਟਿਕ ਫਾਰਮ ਦੇ ਵਿੱਚ ਹੈ। ਪੋਇਟਿਕ ਫਾਰਮ ਕਿਸ ਫਾਰਮ ਦੇ ਵਿੱਚ ਹੈ ਇਹ? ਪੋਇਟਿਕ ਫਾਰਮ ਦੇ ਵਿੱਚ ਹੈ। ਅੱਗੇ ਆ ਜਾਓ। ਹੋਮਰ ਆਫ ਦ ਈਸਟ ਵਾਸ ਅਨਦਰ ਨੇਮ ਆਫ ਫੇਮਸ ਰਾਈਟਰ। ਹੁਣੀ ਮੈਂ ਕਰਵਾ ਕੇ ਹਟਿਆ ਫਿਰਦੌਸੀ ਦਾ। ਹੁਣੀ ਮੈਂ ਕਰਵਾ ਕੇ ਹਟਿਆ ਫਿਰਦੌਸੀ ਦਾ ਹੀ ਕੀ ਨਾਮ ਹੈ ਆਪਣੇ ਕੋਲੇ? ਹੋਮਰ ਆਫ ਈਸਟ। ਅੱਗੇ ਆ ਜਾਓ। ਕਿਤਾਬ ਉਲ ਯਾਮਿਨੀ ਰਿਟਨ ਬਾय, ਹੁਣੀ मैंने उरे करवाया ना किताब तहरीक यामिनी, तक तहरीक यामिनी कह दो चाहे किताब उल यामिनी कह दो, किसने लिखी है अपने कोले? उतबी ने लिखी है। ये भी एक राइटर सी। हुणी आपां करके हटिया पिछे। हु वाज द सैकेंड तुर्किश इन्वेडर। देखो पहला तुर्किश इन्वेडर कौन सीगा? पहला तुर्किश इन्वेडर सीगा महमूद गजनी। कौन सीगा जी? महमूद गजनी। जे मैं सैकेंड की गल करा, जे सैकेंड का बड़े प्यार नाल समझो, मुहम्मद गौरी। कौन सीगा जी? मुहम्मद गौरी। ये गौर प्रदेश का राजा सीगा जी। कित्थों का राजा सीगा? गौर का राजा सीगा, जिहदा नाम जिहदे करके दा नाम की पै गया? गौरी। वैसे दा नाम मुइजुद्दीन सीगा जी। मुइजुद्दीन। वैसे दा नाम मुइजुद्दीन सी। अगे किसी क्वेश्चन दे विच आ जाऊगा। तो ये सैकेंड सीगा। ये अपने कोले 1173 दे विच गौर प्रदेश का राजा कदों बनया? ये गौर प्रदेश का जिहड़ा इहदा मतलब रूल एरिया सीगा, गौर प्रदेश का राजा बनया 1173 AD दे विच। ते इहने भारत दे उत्ते पहला हमला कदों किया? 1175 AD दे विच। कित्थे किया राजे? मुल्तान दे विच किया सीगा। कित्थे किया? मुल्तान दे विच किया सी। ते उस टाइम मुल्तान नूं की कहा जांदा? सिटी ऑफ गोल्ड कहंदे ने कि उत्थे बहुत सारा गोल्ड सीगा, मतलब सिटी ऑफ गोल्ड भी सोने का शहर किनू कहते सी? मुल्तान नूं, क्योंकि वो बहुत ज़्यादा की सीगा उत्थे गोल्ड सीगा, सोना सीगा, तां करके उन्होंने की कहा गया? सिटी ऑफ गोल्ड कहा गया। लैक्चर नूं बई अगे जाके शेयर वगैरह जरूर कर दिओ, बहुत मेहनत लगती है एक लैक्चर तैयार करने लई। आ गया वही क्वेश्चन 1175 ईस्वी दे विच। 1175 ईस्वी दे विच गोरी ने इन्वेड किया सी मुल्तान नूं। ये भी याद रखो जदों अगे जाके राजा बन जाएगा तो ये एक ऐसा राजा है जिन्हें लक्ष्मी माता दे, जिन्हें लक्ष्मी माता की अपने कोले फोटो छपवाई सी। किहदे उत्ते? सिक्कियां दे उत्ते फोटो छपवाई सी। किहदे उत्ते? कॉइन्स दे उत्ते। ये भी याद रखियो।
ਕੁਆਇਨਜ਼ੀਆ ਸਿੱਕਿਆਂ ਦੇ ਉੱਤੇ ਲక్ష్ਮੀ ਮਾਤਾ ਦੀ ਫੋਟੋ ਕਿਹਨੇ ਛਪਵਾਈ ਸੀ? ਤਾਂ ਗੌਰੀ ਨੇ। ਕਹਿੰਦੇ ਨੇ ਕਿ ਗੌਰੀ ਨੇ ਦੇਖਿਆ ਵੀ ਇੱਥੇ ਮੰਦਰਾਂ ਦੇ ਵਿੱਚ ਇੰਨਾ ਧਨ ਦੌਲਤ, ਆਬਵੀਅਸਲੀ ਗੱਲ ਆ, ਸੋਨਾ ਵਗੈਰਾ ਹੈ, ਤਾਂ ਇੱਥੇ ਇੱਕ ਮਾਤਾ ਦੀ ਫੋਟੋ ਵੀ ਪਈ ਹੁੰਦੀ ਸੀ ਲక్ష్ਮੀ ਮਾਤਾ ਦੀ, ਤਾਂ ਉਹਨੇ ਕਿਹਾ ਵੀ ਕੀ ਪਤਾ ਲక్ష్ਮੀ ਮਾਤਾ ਕਰਕੇ ਉੱਥੇ ਪੈਸਾ ਆ ਰਿਹਾ, ਤਾਂ ਉਹਨੇ ਸਿੱਕਿਆਂ ਤੇ ਵੀ ਇਹਦੇ ਆਪਣੇ ਕੋਲੇ ਛਪਵਾਣ ਲਾ ਦਿੱਤੇ ਸੀ। ਥੱਲੇ ਕਮੈਂਟ ਕਰਕੇ ਦੱਸੋ ਕਿਹੜੇ ਮੁਗਲ ਬਾਦਸ਼ਾਹ, ਕਿਹੜੇ ਜਿਹੜੇ ਮੈਂ ਕੁਐਸਚਨ ਪੁੱਛਦਾ ਨਾ, ਇਹ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਮੈਨੂੰ ਪਤਾ ਲੱਗ ਜਾਂਦਾ ਜੀ ਮੇਰੀ ਆਡੀਅנס ਕਿੰਨੀ ਕੁ ਸਮਾਰਟ ਹੈ ਮੇਰੇ ਜਿਵੇਂ। ਕਿਹੜੇ ਮੁਗਲ ਬਾਦਸ਼ਾਹ ਨੇ ਸਿੱਕਿਆਂ ਦੇ ਉੱਤੇ ਕਲਮਾ ਹੁੰਦਾ ਨਾ ਇਸਲਾਮ ਧਰਮ ਦੇ ਵਿੱਚ, ਉਹਨੂੰ ਛਾਪਣਾ ਬੈਨ ਕਰਤਾ ਸੀ? ਕਿਹੜੇ ਮੁਗਲ ਬਾਦਸ਼ਾਹ ਨੇ ਕਲਮੇ ਨੂੰ, ਇਸਲਾਮ ਧਰਮ ਦਾ ਜੋ ਧਾਰਮਿਕ ਇੱਕ ਮੰਤਰ ਹੈ ਟਾਈਪ ਆਫ, ਉਹਨੂੰ ਸਿੱਕਿਆਂ ਦੇ ਉੱਤੇ ਛਾਪਣਾ ਬੰਦ ਕਰਤਾ ਸੀ? ਇਹ ਕਿਹੜੇ ਮੁਗਲ ਬਾਦਸ਼ਾਹ ਨੇ ਕੀਤਾ ਸੀ? ਵਿਚ ਸਿਟੀ ਇਨ 올ਡ ਟਾਈਮ ਨਾਰਥ ਇੰਡੀਆ ਨੋਨ ਐਜ਼ ਦ ਸਿਟੀ ਆਫ ਗੋਲਡ? ਸਿਟੀ ਆਫ ਗੋਲਡ ਕਿਹਨੂੰ ਕਹਿੰਦੇ ਸੀ ਰਾਜੇ? ਮੁਲਤਾਨ ਨੂੰ ਕਹਿੰਦੇ ਸੀ। ਸਿਟੀ ਆਫ ਗੋਲਡ ਕਿਹਨੂੰ ਕਿਹਾ ਜਾਂਦਾ ਸੀ? ਮੁਲਤਾਨ ਨੂੰ ਕਿਹਾ ਜਾਂਦਾ ਸੀ। ਅੱਗੇ, ਦ ਅਨਦਰ ਨੇਮ ਆਫ ਤਬਰ ਏ ਹਿੰਦ, ਦੱਸੋ ਬਈ, ਦੱਸੋ ਕੀ ਆਊਗਾ? ਦ ਨੇਮ ਆਫ ਤਬਰ ਏ ਹਿੰਦ ਵਿਚ ਆਫ ਦ ਪ੍ਰੋਮੀਨੈਂਟ ਡਿਸਟ੍ਰਿਕਟ ਆਫ ਪੰਜਾਬ। ਹੁਣ ਦੇਖੋ ਇੱਥੇ ਕਹਾਣੀ ਕੀ ਹੋਈ, ਕਹਾਣੀ ਕੀ ਹੋਈ? ਉਹ ਅਟੈਕ ਕਰਦਾ ਗਿਆ, ਗੌਰੀ ਨੇ ਕਾਫੀ ਅਟੈਕ ਕੀਤੇ, ਤੁਹਾਨੂੰ ਅਲੱਗ-ਅਲੱਗ ਕਿਤਾਬਾਂ ਮਿਲਣਗੀਆਂ, ਕੋਈ 6 ਕਹੂ, ਕੋਈ 7 ਕਹੂ, ਕੋਈ 8 ਕਹੂ, ਤਾਂ ਮੈਂ ਉਸ ਰੌਲੇ ਦੇ ਵਿੱਚ ਨਹੀਂ ਜਾਂਦਾ ਕਿ ਗੌਰੀ ਨੇ ਕਿੰਨੇ ਅਟੈਕ ਕੀਤੇ, ਕਿਉਂਕਿ ਕਿਤਾਬਾਂ 'ਚ ਅਲੱਗ-ਅਲੱਗ ਵੇਰੀਏਸ਼ਨਸ ਮਿਲਦੀਆਂ ਨੇ, ਮੈਂ ਨਹੀਂ ਲਿਖ ਰਿਹਾ ਤਾਂ ਕਰਕੇ, ਪਰ ਮੈਂ ਤੁਹਾਨੂੰ ਦੱਸਤਾ 6 7 8 ਕਹਿੰਦੇ ਨੇ। ਪਰ ਜੇ ਆਪਾਂ ਹਿਸਟਰੀ ਦੇ ਹਿਸਾਬ ਨਾਲ ਦੇਖੀਏ ਤਾਂ ਗੌਰੀ ਦਾ ਸਭ ਤੋਂ ਫੇਮਸ ਅਟੈਕ ਹੋਇਆ 1189 ਦੇ ਵਿੱਚ। ਇਹ ਵੀ ਕਿਤੇ ਕਿਤੇ ਤੁਹਾਨੂੰ ਆਪਣੇ ਕੋਲ 88 ਮਿਲ ਜੂ, 90 ਮਿਲ ਜੂ, ਪਰ ਜੋ ਮੈਨੂੰ ਜ਼ਿਆਦਾ ਲੱਗਿਆ ਕਿ ਹਾਂ ਇਹੀ ਹੋ ਸਕਦਾ ਹੈ, ਕਈ ਕਿਤਾਬਾਂ 'ਚੋਂ ਮੈंने ਰਿਸਰਚ ਕੀਤੀ, ਤਾਂ ਉੱਥੇ ਆਪਣੇ ਕੋਲ ਕੀ ਹੈ ਆਪਣਾ 1189 ਦੇ ਵਿੱਚ ਗੌਰੀ ਨੇ ਕਿੱਥੇ ਹਮਲਾ ਕੀਤਾ? ਤਾਂ ਗੌਰੀ ਨੇ ਕਿੱਥੇ ਹਮਲਾ ਕੀਤਾ ਜੀ? ਤਬਰ ਏ ਹਿੰਦ। ਹੁਣ ਇੱਥੇ ਬੜੇ ਪਿਆਰ ਨਾਲ ਸਮਝੋ, 2-3 ਚੀਜ਼ਾਂ ਦੱਸੂਗਾ ਮੈਂ। ਜਿਹੜਾ ਤਬਰ ਏ ਹਿੰਦ ਸੀਗਾ ਜੀ, ਇਹ ਆਪਣੇ ਕੋਲੇ ਬਠਿੰਡੇ ਦਾ ਪੁਰਾਣਾ ਨਾਮ ਹੈ। ਕਿਹਦਾ ਪੁਰਾਣਾ ਨਾਮ ਹੈ? ਬਠਿੰਡੇ ਦਾ ਇੱਕ ਹੋਰ ਪੁਰਾਣਾ ਨਾਮ ਮਿਲਦਾ ਆਪਾਂ ਨੂੰ, ਵਿਕਰਮਗੜ੍ਹ। ਬਠਿੰਡੇ ਦਾ ਇੱਕ ਹੋਰ ਪੁਰਾਣਾ ਨਾਮ ਮਿਲਦਾ ਆਪਾਂ ਨੂੰ, ਕਿਹੜਾ? ਵਿਕਰਮਗੜ੍ਹ। ਤੇ ਤਬਰ ਏ ਹਿੰਦ ਦਾ ਮਤਲਬ ਕੀ ਹੁੰਦਾ? ਭਾਰਤ ਆਉਣ ਦਾ ਦਰਵਾਜ਼ਾ, ਭਾਰਤ ਆਉਣ ਦਾ ਦਰਵਾਜ਼ਾ, ਠੀਕ ਹੈ। ਤਾਂ 1189 ਦੇ ਵਿੱਚ ਇਹਨੇ ਤਬਰ ਏ ਹਿੰਦ ਤੇ ਕੀ ਕੀਤਾ? ਅਟੈਕ ਕੀਤਾ, ਠੀਕ ਹੈ। ਆ ਦੇਖੋ, ਇਹਨੇ ਕੁਐਸਚਨ ਤਾਂ ਇਹੀ ਪੁੱਛਿਆ ਕਿ ਤਬਰ ਏ ਹਿੰਦ ਦਾ ਨਾਮ ਕੀ ਹੈ, ਤਾਂ ਤਬਰ ਏ ਹਿੰਦ ਦਾ ਨਾਮ ਕੀ ਹੈ? ਦਾ ਬਠਿੰਡਾ ਹੈ। ਪਰ ਇੱਥੇ ਕੁਝ ਗੱਲਾਂ ਹੋਰ ਜ਼ਰੂਰੀ ਨੇ, ਕਿਹੜੀਆਂ? 1189 ਦੇ ਵਿੱਚ ਤਬਰ ਏ ਹਿੰਦ ਦੇ ਵਿੱਚ ਆਪਣੇ ਕੋਲੇ ਅਟੈਕ ਕੀਤਾ, ਤੇ ਇਹਨੇ ਇੱਕ ਕਿਲੇ ਦੇ ਉੱਤੇ, ਜਿਹਦਾ ਨਾਮ ਕੀ ਹੈ? ਕਿਲਾ ਮੁਬਾਰਕ, ਜਿਹਦਾ ਨਾਮ ਕੀ ਹੈ? ਕਿਲਾ ਮੁਬਾਰਕ, ਉਹਦੇ ਉੱਤੇ ਕੀ ਕਰ ਲਿਆ? ਆਪਦਾ ਕਬਜ਼ਾ ਕਰ ਲਿਆ। ਇੱਕ ਤਾਂ ਇਹਨੇ ਕੀ ਕੀਤਾ? ਤਬਰ ਏ ਹਿੰਦ ਤੇ ਅਟੈਕ ਕਰਤਾ, ਜਿਹਨੂੰ ਅੱਜ ਕੱਲ੍ਹ ਆਪਾਂ ਬਠਿੰਡਾ ਕਹਿੰਦੇ ਆ। ਤਬਰ ਏ ਹਿੰਦ ਦਾ ਮਤਲਬ ਹੁੰਦਾ ਭਾਰਤ ਆਉਣ ਦਾ ਦਰਵਾਜ਼ਾ, ਅਤੇ ਉੱਥੇ ਦੇ ਕਿਲਾ ਮੁਬਾਰਕ ਦੇ ਉੱਤੇ ਕਬਜ਼ਾ ਕਰ ਲਿਆ ਸੀ। ਹੁਣ ਜੇ ਮੈਂ ਤੁਹਾਨੂੰ ਕਿਲਾ ਮੁਬਾਰਕ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਲਗਭਗ ਜਿਹੜੇ ਫੇਮਸ ਨੇ ਉਹ 3 ਨੇ। ਇੱਕ ਕਿਲਾ ਮੁਬਾਰਕ ਬਠਿੰਡਾ ਦੇ ਵਿੱਚ ਹੈ, ਜਿਹਦੀ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇੱਕ ਕਿਲਾ ਮੁਬਾਰਕ ਕਿੱਥੇ ਹੈ? ਪਟਿਆਲਾ ਦੇ ਵਿੱਚ ਹੈ। ਇੱਕ ਕਿਲਾ ਮੁਬਾਰਕ ਕਿੱਥੇ ਹੈ? ਤੇ ਇੱਕ ਕਿਲਾ ਮੁਬਾਰਕ ਕਿੱਥੇ ਆਪਣੇ ਕੋਲੇ? ਫਰੀਦਕੋਟ ਦੇ ਵਿੱਚ ਹੈ। ਇੱਕ ਕਿਲਾ ਮੁਬਾਰਕ ਆਪਣੇ ਕੋਲੇ, ਹੋਰ ਛੋਟੇ ਮੋਟੇ ਬਹੁਤ ਨੇ, ਜਿਹੜੇ ਫੇਮਸ ਨੇ ਉਹ 3 ਨੇ। ਥੱਲੇ ਕਮੈਂਟ ਕਰਕੇ ਮੈਨੂੰ ਹੁਣ ਇਹ ਵੀ ਦੱਸਿਓ ਕਿ ਕਿਹੜੇ ਕਿਲਾ ਮੁਬਾਰਕ ਦੇ ਵਿੱਚ ਜੋ ਨੇ ਨਾਨਕ ਸ਼ਾਹੀ ਇੱਟਾਂ ਲੱਗੀਆਂ ਹੋਈਆਂ ਨੇ। ਇੰਪੋਰਟੈਂਟ ਹੈ, ਕਿਹੜੇ ਕਿਲਾ ਮੁਬਾਰਕ ਦੇ ਵਿੱਚ ਨਾਨਕ ਸ਼ਾਹੀ ਇੱਟਾਂ ਨੇ। ਪਰ ਜੋ ਆਪਾਂ ਆਹ ਗੱਲ ਕਰ ਰਹੇ ਹਾਂ, ਇਹ ਬਠਿੰਡੇ ਵਾਲੇ ਕਿਲਾ ਮੁਬਾਰਕ ਦੀ ਗੱਲ ਕਰ ਰਹੇ ਹਾਂ। ਤਾਂ ਬਠਿੰਡੇ ਦੇ ਵਿੱਚ ਕਬਜ਼ਾ ਕਿਹਦਾ ਹੋ ਗਿਆ ਜੀ? ਆਪਣੇ ਕੋਲੇ ਮੁਹੰਮਦ ਗੌਰੀ ਦਾ ਹੋ ਗਿਆ। ਪਰ ਇਹਦੇ ਉੱਤੇ ਆਪਣਾ ਕਬਜ਼ਾ ਦੱਸਦਾ ਕੌਣ ਸੀਗਾ? ਪ੍ਰਿਥਵੀ ਰਾਜ ਚੌਹਾਨ। ਇਹਦੇ ਉੱਤੇ ਆਪਣਾ ਕਬਜ਼ਾ ਦੱਸਿਆ ਕੌਣ ਕਰਦਾ ਸੀ ਵੀ ਮੇਰਾ ਹੈ? ਤਾਂ ਉਹ ਸੀਗਾ ਪ੍ਰਿਥਵੀ ਰਾਜ ਚੌਹਾਨ, ਜਿਹਦੇ ਕਰਕੇ ਇਹਨਾਂ ਦੋਨਾਂ ਵਿੱਚ ਕੀ ਪੈ ਗਈ? ਦੁਸ਼ਮਣੀ ਪੈ ਗਈ। ਕਿਹਦੇ ਵਿਚਕਾਰ? ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਦੁਸ਼ਮਣੀ ਪੈ ਗਈ, ਠੀਕ ਹੈ ਜੀ। ਪ੍ਰਿਥਵੀ ਰਾਜ ਚੌਹਾਨ ਅਤੇ ਗੌਰੀ ਦੇ ਵਿਚਕਾਰ ਦੁਸ਼ਮਣੀ ਪੈ ਗਈ। ਇਹੀ ਦੁਸ਼ਮਣੀ ਅੱਗੇ ਜਾ ਕੇ ਤਰਾਇਨ ਦੇ ਯੁੱਧ ਦਾ ਕੀ ਬਣੂਗੀ? ਕਾਰਨ ਬਣੂਗੀ। ਆ ਜਾਓ, ਮੋਇਜ਼ੁਦੀਨ ਮੁਹੰਮਦ ਵਾਸ ਦਾ ਰੀਅਲ ਨੇਮ ਆਫ, ਉਹੀ ਗੱਲ ਹੋ ਗਈ, ਉਹਦਾ ਨਾਮ ਮੋਇਜ਼ੁਦੀਨ ਮੁਹੰਮਦ ਸੀਗਾ। ਕਿਹਦਾ? ਗੌਰੀ ਦਾ। ਕਿਹਦਾ? ਗੌਰੀ ਦਾ ਨਾਮ ਹੀ ਕੀ ਸੀ? ਮੋਇਜ਼ੁਦੀਨ ਮੁਹੰਮਦ, ਠੀਕ ਹੈ ਜੀ। ਆਪਾਂ ਅੱਗੇ ਗੱਲ ਕਰਾਂਗੇ ਇਹਦੇ ਬਾਰੇ। ਵੈਨ ਵਾਜ ਦਾ ਫਸਟ ਬੈਟਲ ਆਫ ਤਰਾਇਨ। ਹੁਣੀ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਜੋ ਪ੍ਰਿਥਵੀ ਰਾਜ ਚੌਹਾਨ ਸੀਗਾ, ਐਕਚੁਅਲ 'ਚ ਉਹਦਾ ਨਾਮ ਲਿਖ ਲਓ ਬਈ। ਆਪਾਂ ਜੋ ਪ੍ਰਿਥਵੀ ਰਾਜ ਚੌਹਾਨ ਕਹਿੰਦੇ ਆ, ਉਹ ਉਹਦਾ ਨਾਮ ਨਹੀਂ ਸੀ, ਉਹਦਾ ਸਿਰਫ ਇੱਕ ਟਾਈਟਲ ਸੀਗਾ, ਪ੍ਰਿਥਵੀ ਰਾਜ ਚੌਹਾਨ ਥਰਡ ਸੀਗਾ ਉਹ। ਤੁਸੀਂ ਬਾਰ-ਬਾਰ ਪੜ੍ਹਿਆ ਹੋਊਗਾ, ਅਕਬਰ 1, ਅਕਬਰ 2, ਆਲਮਗੀਰ 1, ਆਲਮਗੀਰ 2, ਐਵੇਂ ਹੀ ਉਹਦਾ ਟਾਈਟਲ ਸੀ ਪ੍ਰਿਥਵੀ ਰਾਜ ਚੌਹਾਨ ਥਰਡ। ਉਹਦਾ ਅਸਲੀ ਨਾਮ ਕੀ ਸੀ? ਰੀਅਲ ਨੇਮ ਕੀ ਸੀ? ਸ਼ਾਇਦ ਅੱਗੇ ਕਿਤੇ ਕੁਐਸਚਨ ਆ ਜਾਊਗਾ। ਉਹਦਾ ਰੀਅਲ ਨੇਮ ਸੀ ਰਾਏ ਪਿਥੌਰਾ। ਰਾਏ ਪਿਥੌਰਾ। ਤੇ ਵੈਸੇ ਉਹਦਾ ਨਾਮ ਕੀ ਸੀ ਜੋ ਤੁਸੀਂ ਜਾਣਦੇ ਹੋ? ਤਾਂ ਉਹਦਾ ਨਾਮ ਸੀ ਪ੍ਰਿਥਵੀ ਰਾਜ ਚੌਹਾਨ ਤੀਜਾ। ਹੁਣ ਕੀ ਹੋਇਆ? ਇਹਦੇ ਜਿਹੜਾ ਕਿਲਾ ਮੁਬਾਰਕ ਸੀ ਉਹ ਤੇ ਕਬਜ਼ਾ ਕਿਹਨੇ ਕਰ ਲਿਆ? ਮੁਹੰਮਦ
ਗੌਰੀ ਨੇ ਉਹਦੇ ਉੱਤੇ ਕੀ ਕਰ ਲਿਆ ਰਾਜੇ, ਕਬਜ਼ਾ ਕਰ ਲਿਆ। ਹੁਣ ਇਹ ਕੀ ਕਹੂਗਾ, ਜੰਗ ਤਾਂ ਹੋਣੀ ਹੈ। ਤਾਂ ਜੰਗ ਦੇ ਵਿੱਚ ਆਪਣੇ ਕੋਲੇ ਪਹਿਲੀ ਜੰਗ ਹੋਈ, ਫਸਟ ਬੈਟਲ ਆਫ ਤਰਾਈਨ ਕਦੋਂ ਹੋਈ, 1191 ਦੇ ਵਿੱਚ। ਇੰਪੋਰਟੈਂਟ ਕੁਐਸਚਨ, ਕੀ ਹੋਈ ਆਪਣੇ ਕੋਲੇ, ਫਸਟ ਬੈਟਲ ਆਫ ਤਰਾਈਨ ਹੋਈ। ਇੱਕ ਪਾਸੇ ਕੌਣ ਸੀ, ਗੌਰੀ, ਦੂਜੇ ਪਾਸੇ ਕੌਣ ਸੀ, ਪ੍ਰਿਥਵੀ ਰਾਜ ਚੌਹਾਨ ਤੀਜਾ। ਰਾਜੇ ਇਹਦਾ ਅਸਲ ਨਾਮ ਤੀਜਾ ਸੀਗਾ, ਅੱਜ ਤੱਕ ਤੁਸੀਂ ਸਿਰਫ ਇਹੀ ਪੜ੍ਹਦੇ ਆਏ ਕਿ ਪ੍ਰਿਥਵੀ ਰਾਜ ਚੌਹਾਨ। ਵੈਸੇ ਇਹ ਕਿੰਨਵਾਂ ਸੀਗਾ ਰਾਜੇ, ਤੀਜਾ ਸੀਗਾ। ਤਾਂ ਗੌਰੀ ਤੇ ਪ੍ਰਿਥਵੀ ਰਾਜ ਚੌਹਾਨ ਜਿੱਤ ਗਿਆ ਅਤੇ ਗੌਰੀ ਹਾਰ ਗਿਆ। ਜੇ ਐਕਚੁਅਲ ਜਗ੍ਹਾ ਦਾ ਨਾਮ ਰਾਜੇ ਤਰੋੜੀ ਹੈ, ਐਕਚੁਅਲ ਜਗ੍ਹਾ ਦਾ ਨਾਮ ਕੀ ਹੈ, ਤਰੋੜੀ ਕਰਨਾਲ ਦੇ ਵਿੱਚ ਪੈਂਦੀ ਹੈ, ਠੀਕ ਹੈ, ਜਿੱਥੇ ਅਸਲ ਜੰਗ ਹੋਈ ਸੀ, ਕਰਨਾਲ ਹਰਿਆਣੇ ਦੇ ਵਿੱਚ ਪੈਂਦੀ ਹੈ ਤਰੋੜੀ। ਪਾਣੀਪਤ ਦੇ ਵਿੱਚ ਕਰਨਾਲ ਦੇ ਵਿੱਚ, ਠੀਕ ਹੈ। ਅੱਗੇ ਆ ਜਾਓ, ਆਪਣੇ ਕੋਲੇ ਦੂਜੀ ਜੰਗ ਹੋਈ 1192 ਦੇ ਵਿੱਚ, ਸੈਕਿੰਡ ਬੈਟਲ ਆਫ ਤਰਾਈਨ। ਤਾਂ ਦੂਜੀ ਬੈਟਲ ਕਿਹੜੀ ਹੋਈ, ਸੈਕਿੰਡ, ਉਹ ਪਾਣੀਪਤ ਕਹਿ ਗਿਆ, ਸੌਰੀ ਮੈਂ ਉਦੋਂ। ਤਾਂ ਸੈਕਿੰਡ ਬੈਟਲ ਆਫ ਤਰਾਈਨ ਹੋਈ। ਇਹਦੇ ਵਿੱਚ ਇੱਕ ਪਾਸੇ ਕੌਣ ਸੀਗਾ, ਗੌਰੀ, ਦੂਜੇ ਪਾਸੇ ਇਹਦੀ ਹੈਲਪ ਕਰ ਰਿਹਾ ਸੀਗਾ ਕੌਣ, ਜੈਚੰਦ। ਇਹਦੀ ਹੈਲਪ ਕੌਣ ਕਰ ਰਿਹਾ ਸੀ, ਜੈਚੰਦ। ਦੂਜੇ ਇਹਦੇ ਨਾਲ ਹੀ ਕੌਣ ਹੈ ਆਪਣੇ ਕੋਲੇ, ਪ੍ਰਿਥਵੀ ਰਾਜ ਚੌਹਾਨ ਥਰਡ, ਠੀਕ ਹੈ। ਇਹਦੇ ਵਿੱਚ ਗੌਰੀ ਅਤੇ ਜੈਚੰਦ ਇਕੱਠੇ ਹੋ ਗਏ। ਹੁਣ ਜੈਚੰਦ ਕੌਣ ਸੀਗਾ ਜੀ, ਦੇਖੋ ਅਲੱਗ-ਅਲੱਗ ਥਿਊਰੀਆਂ ਨੇ। ਇੱਕ ਤੁਹਾਨੇ ਬਹੁਤ ਹੀ ਦੇਖਿਆ ਹੋਊਗਾ ਕਿ ਜੈਚੰਦ ਦੀ ਇੱਕ ਕੁੜੀ ਸੀ ਜਿਹਦਾ ਨਾਮ ਸੀ ਸੰਯੋਗਿਤਾ। ਮੈਂ ਤੁਹਾਨੂੰ ਸ਼ਾਰਟਕਟ 'ਚ ਦੱਸ ਦਿੰਦਾ, ਜਿਹਦਾ ਨਾਮ ਕੀ ਸੀਗਾ, ਸੰਯੋਗਿਤਾ। ਉਹ ਅਤੇ ਆਪਣੇ ਕੋਲ ਪ੍ਰਿਥਵੀ ਰਾਜ ਚੌਹਾਨ ਇੱਕ ਦੂਜੇ ਨੂੰ ਪਸੰਦ ਕਰਦੇ ਸੀ। ਜਿਹੜੀ ਚੀਜ਼ ਜੈਚੰਦ ਨੂੰ ਪਸੰਦ ਨਹੀਂ ਆਈ, ਤਾਂ ਕਰਕੇ ਜੈਚੰਦ ਨੇ ਗੌਰੀ ਨੂੰ ਬੁਲਾਇਆ ਵੀ ਤੂੰ ਆ ਵੀ ਮੇਰੀ ਕੁੜੀ ਨੂੰ ਉਹ ਭਜਾ ਕੇ ਲੈ ਗਿਆ ਸਵੰਬਰ ਦੇ ਵਿੱਚ। ਬਹੁਤ ਲੰਬੀ ਕਹਾਣੀ ਹੈ, ਤੁਸੀਂ ਫਿਲਮ ਦੇਖ ਲਓ, ਕਿਉਂਕਿ ਇਹ ਕਦੇ ਵੀ ਇਤਿਹਾਸ 'ਚ ਪੁੱਛੀ ਨਹੀਂ ਜਾਂਦੀ। ਕਿਉਂਕਿ ਇਹ ਜਿਹੜੀ ਘਟਨਾ ਹੈ ਇਹਦਾ ਜ਼ਿਕਰ ਸਿਰਫ ਇੱਕ ਕਿਤਾਬ ਦੇ ਵਿੱਚ ਮਿਲਦਾ ਹੈ। ਉਸ ਕਿਤਾਬ ਦਾ ਨਾਮ ਹੈ ਪ੍ਰਿਥਵੀ, ਅੱਗੇ ਆ ਜਾਊਗਾ, ਚਲੋ ਮੈਂ ਦੱਸ ਦੂੰਗਾ, ਠੀਕ ਹੈ, ਉਹ ਅੱਗੇ ਆ ਜਾਊਗਾ। ਤਾਂ ਜੈਚੰਦ ਨੇ ਗੌਰੀ ਨੂੰ ਕਿਹਾ ਵੀ ਤੂੰ ਆਪਾਂ ਇਕੱਠੇ ਅਟੈਕ ਕਰਾਂਗੇ। ਤਾਂ ਉਹੀ ਗੱਲ ਹੋਈ, ਸੈਕਿੰਡ ਬੈਟਲ ਆਫ ਤਰਾਈਨ ਦੇ ਵਿੱਚ ਇਕੱਠਾ ਅਟੈਕ ਕੀਤਾ ਗੌਰੀ ਅਤੇ ਜੈਚੰਦ ਨੇ ਪ੍ਰਿਥਵੀ ਰਾਜ ਚੌਹਾਨ ਨੂੰ। ਇਹ ਹਾਰ ਗਿਆ ਅਤੇ ਗੌਰੀ ਜਿੱਤ ਗਿਆ। ਹੁਣ ਅਲੱਗ-ਅਲੱਗ ਇਤਿਹਾਸਕਾਰ ਅਲੱਗ-ਅਲੱਗ ਗੱਲਾਂ ਕਹਿੰਦੇ ਨੇ। ਕਈ ਕਹਿੰਦੇ ਨੇ ਇਹਨੂੰ ਮਾਫ ਕਰਤਾ, ਇਹਨੂੰ ਇਹਦੀ ਜਗ੍ਹਾ ਦਿੱਤੀ, ਕਈ ਕਹਿੰਦੇ ਨੇ ਮਾਰਤਾ, ਕਈ ਕੁਛ। ਇਹਦੇ ਬਾਰੇ ਆਪਾਂ ਨੂੰ ਕਲੀਅਰ ਨਹੀਂ ਹੈ। ਆਪਾਂ ਨੂੰ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਸਿਰਫ ਇਹ ਜ਼ਰੂਰੀ ਹੈ, 1191 'ਚ ਹੋਈ ਫਸਟ ਬੈਟਲ ਆਫ ਤਰਾਈਨ, 1192 ਦੇ ਵਿੱਚ ਹੋਈ ਸੈਕਿੰਡ ਬੈਟਲ ਆਫ ਤਰਾਈਨ। ਪਹਿਲੀ ਦੇ ਵਿੱਚ ਗੌਰੀ ਤੇ ਪ੍ਰਿਥਵੀ ਰਾਜ ਚੌਹਾਨ ਲੜਿਆ, ਗੌਰੀ ਹਾਰ ਗਿਆ, ਪ੍ਰਿਥਵੀ ਰਾਜ ਚੌਹਾਨ ਜਿੱਤ ਗਿਆ। ਦੂਜੀ ਦੇ ਵਿੱਚ ਗੌਰੀ ਤੇ ਜੈਚੰਦ ਇੱਕ ਪਾਸੇ ਸੀਗਾ, ਪ੍ਰਿਥਵੀ ਰਾਜ ਚੌਹਾਨ ਇੱਕ ਪਾਸੇ ਸੀਗਾ, ਤੇ ਗੌਰੀ ਤੇ ਜੈਚੰਦ ਆਪਣੇ ਕੋਲੇ ਕੀ ਹੋ ਗਏ, ਜਿੱਤ ਗਏ, ਅਤੇ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ। ਤਾਂ ਕੁਐਸਚਨ ਸੀਗਾ ਫਸਟ ਬੈਟਲ ਆਫ ਤਰਾਈਨ, ਤਾਂ ਆਪਾਂ ਨੇ ਦੱਸਤਾ, ਠੀਕ ਹੈ। ਅੱਗੇ ਆ ਜਾਓ, ਵੈਨ ਵਾਜ਼ ਦਾ ਬੈਟਲ ਆਫ ਚੰਦਾਵਰ। ਹੁਣ ਦੇਖੋ ਦੋਨੇ ਯੁੱਧ ਹੋਏ ਰਾਜੇ। ਜਿਹੜੇ ਲੋਕ ਕਹਿੰਦੇ ਨੇ ਉਹ ਕੀ ਕਹਿੰਦੇ ਨੇ, ਜਿਹੜਾ ਜੈਚੰਦ ਸੀਗਾ ਜੋ ਜ਼ਿਆਦਾਤਰ ਪ੍ਰਮਾਣਿਕ ਹੈ, ਇਹ ਕਿੱਥੋਂ ਦਾ ਰਾਜਾ ਸੀਗਾ, ਕਨੌਜ ਦਾ ਰਾਜਾ ਸੀਗਾ ਜੀ। ਕਿੱਥੋਂ ਦਾ ਰਾਜਾ ਸੀਗਾ, ਕਨੌਜ ਦਾ ਰਾਜਾ ਸੀਗਾ। ਤੇ ਇਹ ਕੀ ਚਾਹੁੰਦਾ ਸੀਗਾ ਕਿ ਮੈਂ ਗੌਰੀ ਨੂੰ ਬੁਲਾਵਾਂ, ਗੌਰੀ ਉਰੇ ਅਟੈਕ ਕਰੇ, ਅਟੈਕ ਕਰਨ ਤੋਂ ਬਾਅਦ ਚਲੇ ਜਾਵੇ, ਗੌਰੀ ਉਰੇ ਅਟੈਕ ਕਰਕੇ ਚਲੇ ਜਾਵੇ ਤੇ ਰਾਜਕਾਜ ਕਿਹਦਾ ਹੋ ਜਾਏ, ਮੇਰਾ ਹੋ ਜਾਏ। ਪ੍ਰਿਥਵੀ ਰਾਜ ਚੌਹਾਨ ਬਹੁਤ ਤਕੜਾ ਰਾਜਾ ਸੀਗਾ ਵੀ ਇਹਨੂੰ ਹਰਾ ਕੇ ਰਾਜਕਾਜ ਮੇਰਾ ਹੋ ਜਾਏ। ਪਰ ਉਹ ਕੀ ਹੋ ਗਿਆ, 1192 ਦੇ ਵਿੱਚ ਕੀ ਹੋਈ ਸੀ, ਸੈਕਿੰਡ ਬੈਟਲ ਆਫ ਤਰਾਈਨ, ਸੈਕਿੰਡ ਬੈਟਲ ਆਫ ਤਰਾਈਨ। ਤੇ 1193 ਦੇ ਵਿੱਚ ਹੀ ਉਹਨੇ ਕੀ ਕਰਤਾ, ਗੌਰੀ ਨੇ ਆਪਣੀ ਕੈਪੀਟਲ ਬਣਾ ਲਿਆ, ਕਿਹਨੂੰ, ਦਿੱਲੀ ਨੂੰ। ਇੰਪੋਰਟੈਂਟ ਕੁਐਸਚਨ, ਕੈਪੀਟਲ ਬਣਾ ਲਿਆ 1193 ਦੇ ਵਿੱਚ ਹੀ ਗੌਰੀ ਨੇ ਆਪਣੀ ਕੈਪੀਟਲ ਕਿਹਨੂੰ ਬਣਾ ਲਿਆ, ਤਾਂ ਦਿੱਲੀ ਨੂੰ ਬਣਾ ਲਿਆ। ਜਿਹਦੇ ਕਰਕੇ ਜੈਚੰਦ ਨੂੰ ਐ ਹੋਗਾ ਵੀ ਐ ਕਿਵੇਂ ਬਣਾ ਲਿਆ, ਮੈਂ ਤਾਂ ਸੀਗਾ, ਕੈਪੀਟਲ ਬਣਾਉਣ ਦਾ ਮਤਲਬ ਕੀ ਸੀ, ਹੁਣ ਮੈਂ ਰਾਜ ਕਰੂੰਗਾ। ਗੌਰੀ ਦਾ ਕੈਪੀਟਲ ਬਣਾਉਣ ਦਾ ਮਤਲਬ ਕੀ ਸੀ ਕਿ ਹੁਣ ਮੈਂ ਕੀ ਕਰੂੰਗਾ, ਰਾਜ ਕਰੂੰਗਾ। ਪਰ ਜੈਚੰਦ ਕੀ ਚਾਹੁੰਦਾ ਸੀਗਾ ਵੀ ਇਹ ਹਮਲਾ ਕਰੇ, ਆਵੇ ਤੇ ਜਾਵੇ। ਪਰ ਜਦੋਂ ਕੈਪੀਟਲ ਬਣਾ ਲਈ ਤਾਂ ਜੈਚੰਦ ਤੋਂ ਰੁਕਿਆ ਨਹੀਂ ਗਿਆ। ਤਾਂ 1194 'ਚ ਕਿਹੜੀ ਜੰਗ ਹੋਈ, ਬੈਟਲ ਆਫ ਚੰਦਾਵਰ। ਕਿਹਦੇ ਵਿਚਕਾਰ, ਇੱਕ ਪਾਸੇ ਸੀਗਾ ਗੌਰੀ, ਇੱਕ ਪਾਸੇ ਸੀਗਾ ਆਪਣੇ ਕੋਲੇ ਜੈਚੰਦ। ਓਬਵੀਅਸ ਜੀ ਗੱਲ ਆਈ, ਗੌਰੀ ਜਿੱਤ ਗਿਆ ਤੇ ਜੈਚੰਦ ਹਾਰ ਗਿਆ। ਕਿਸੇ ਪੇਪਰ 'ਚ ਨਾ ਕੁਐਸਚਨ ਆਉਂਦਾ ਹੈ ਕਿ ਡਿਸੀਸਿਵ ਬੈਟਲ ਕਿਹੜੀ ਸੀ। ਡਿਸੀਸਿਵ ਦਾ ਮਤਲਬ ਕੀ ਹੁੰਦਾ ਹੈ ਕਿ ਕਿਹੜੀ ਬੈਟਲ ਦੇ ਵਿੱਚ ਭਾਰਤ ਦੇ ਵਿੱਚ ਇਸਲਾਮ ਧਰਮ ਦੀ ਸਥਾਪਨਾ ਹੋਈ। ਧਰਮ ਦੀ ਸਥਾਪਨਾ ਕਹਿ ਲਓ ਜਾਂ ਇਸਲਾਮਿਕ ਸ਼ਾਸਨ ਦੀ ਸਥਾਪਨਾ ਹੋਈ, ਵੀ ਇਸਲਾਮ ਸ਼ਾਸਨ ਕਰਨ ਲੱਗ ਗਿਆ। ਤਾਂ ਉਹ ਸੀ ਆਪਣੇ ਕੋਲੇ ਸੈਕਿੰਡ ਬੈਟਲ ਆਫ ਤਰਾਈਨ। ਬੜੇ ਬੱਚੇ ਇੱਥੇ ਚੰਦਾਵਰ ਲਾ ਕੇ ਆਉਂਦੇ ਨੇ, ਪਰ ਚੰਦਾਵਰ ਦਾ ਯੁੱਧ ਨਹੀਂ ਹੈ, ਉਹ ਹੈ ਸੈਕਿੰਡ ਬੈਟਲ ਆਫ ਤਰਾਈਨ। ਜਦੋਂ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ
ਤਾਂ ਇਹ ਇੱਕ ਡਿਸੀਜਿਵ ਬੈਟਲ ਸੀਗੀ ਵੀ ਇਸ ਤੋਂ ਬਾਅਦ ਭਾਰਤ ਦੇ ਵਿੱਚ ਇਸਲਾਮ ਸ਼ਾਸਨ ਸ਼ੁਰੂ ਹੋ ਗਿਆ ਸੀ। ਠੀਕ ਹੈ, ਅਗਲਾ ਹੂ ਵਾਜ਼ ਦਾ ਆਥਰ ਆਫ ਪ੍ਰਿਥਵੀਰਾਜ ਰਾਸੋ, ਬਹੁਤ ਇੰਪੋਰਟੈਂਟ ਕੁਐਸਚਨ। ਪ੍ਰਿਥਵੀਰਾਜ ਰਾਸੋ ਕਿਹਦੇ ਉੱਤੇ ਲਿਖੀ ਗਈ? ਆਪਣੇ ਕੋਲੇ ਬੁੱਕ ਹੈ ਪ੍ਰਿਥਵੀਰਾਜ ਚੌਹਾਨ ਦੇ ਉੱਤੇ ਲਿਖੀ ਗਈ ਹੈ ਤੇ ਇਹਨੂੰ ਲਿਖਿਆ ਕਿਹਨੇ? ਚੰਦ ਬਰਦਈ ਨੇ। ਕਿਹਨੇ ਲਿਖਿਆ? ਚੰਦ ਬਰਦਈ ਨੇ। ਇਹ ਕੀ ਸੀਗਾ ਆਪਣੇ ਕੋਲੇ? ਚੰਦ ਬਰਦਈ ਕੌਣ ਸੀ? ਇਹ ਇੱਕ ਫਰੈਂਡ ਸੀਗਾ, ਇਹ ਇੱਕ ਫਰੈਂਡ ਸੀ ਅਤੇ ਪੋਇਟ ਸੀਗਾ। ਕਿਹਦੇ ਦਰਬਾਰ ਦੇ ਵਿੱਚ? ਪ੍ਰਿਥਵੀਰਾਜ ਚੌਹਾਨ ਦੇ ਦਰਬਾਰ ਦੇ ਵਿੱਚ। ਪ੍ਰਿਥਵੀਰਾਜ ਚੌਹਾਨ ਦੇ ਦਰਬਾਰ ਦੇ ਵਿੱਚ ਇਹ ਉਹਦਾ ਇੱਕ ਦੋਸਤ ਵੀ ਸੀਗਾ ਅਤੇ ਇੱਕ ਖੈਰ ਖਵਾਹ ਵੀ ਸੀਗਾ ਅਤੇ ਇਹਦਾ ਇੱਕ ਆਪਣੇ ਕੋਲੇ ਕੋਰਟ ਪੋਇਟ ਵੀ ਸੀਗਾ, ਚੰਦ ਬਰਦਈ। ਇਹਨੇ ਲਿਖਿਆ ਪ੍ਰਿਥਵੀਰਾਜ ਰਾਸੋ। ਤੇ ਮੈਂ ਹੁਣੀ ਤੁਹਾਨੂੰ ਕੀ ਦੱਸ ਕੇ ਹਟਿਆ, ਜਿਹੜੀ ਉਹ ਸੰਯੋਗਿਤਾ ਵਾਲੀ ਕਹਾਣੀ ਹੈ ਵੀ ਆਪਣੇ ਕੋਲ ਜੈ ਚੰਦ ਦੀ ਕੁੜੀ ਸੀ, ਸੰਯੋਗਿਤਾ ਨਾਲ ਐਵੇਂ ਹੋਇਆ, ਸਵੰਬਰ ਦੇ ਵਿੱਚ ਭਜਾ ਕੇ ਲੈ ਗਿਆ, ਬਹੁਤ ਕੁਝ ਹੋਇਆ। ਉਹ ਸਾਰੀ ਕਹਾਣੀ ਹੀ ਕੌਣ ਦੱਸਦਾ? ਤਾਂ ਆਪਣੇ ਕੋਲੇ ਪ੍ਰਿਥਵੀਰਾਜ ਰਾਸੋ ਕਿਤਾਬ ਦੱਸਦੀ ਆ। ਹੋਰ ਬਾਕੀ ਇਤਿਹਾਸਕਾਰ ਇਹਦਾ ਕੀ ਕਰਦੇ ਨੇ? ਖੰਡਨ ਕਰਦੇ ਹਨ। ਤੇ ਦੇਖੋ ਮੈंने ਤੁਹਾਨੂੰ ਇੰਨੀ ਵੱਡੀ ਗੱਲ ਇੱਕ ਛੋਟੇ ਜਿਹੇ ਕੰਮ 'ਚ ਨਿਬੇੜਤੀ। ਤੁਸੀਂ ਵੱਡੇ YouTube ਚੈਨਲ ਦੇਖੋਗੇ ਉਹ ਬਸ ਆਹੀ ਕਰਦੇ ਨੇ ਕਿ ਅੱਧਾ ਘੰਟਾ ਲਾਤਾ ਇਹ ਤੇ 20 ਮਿੰਟ ਲਾਤੇ ਤੇ 25 ਮਿੰਟ ਲਾਤੇ। ਉਹ ਕਹਾਣੀ ਦੀ ਉੱਤੀ, ਉਹਦਾ ਕੋਈ ਸਿਰ ਪੈਰ ਨਹੀਂ ਹੁੰਦਾ, ਪੇਪਰ 'ਚ ਨਹੀਂ ਆਉਂਦੀ। ਜੈ ਚੰਦ ਵਾਸ ਦਾ ਰੂਲਰ ਆਫ ਵਿਚ ਰੀਜਨ ਆਫ ਇੰਡੀਆ, ਤਾਂ ਕਿਹਦਾ ਸੀਗਾ ਜੀ? ਕਨੌਜ ਦਾ ਸੀਗਾ, ਕਨੌਜ ਦਾ ਰੂਲਰ ਸੀਗਾ। ਠੀਕ ਹੈ, ਕਨੌਜ ਦੇ ਵਿੱਚ ਨਾ ਇੱਕ ਫੇਮਸ ਬੈਟਲ ਅੱਗੇ ਜਾ ਕੇ ਹੋਊਗੀ, ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਦੱਸਣਾ ਹੈ ਕਿ ਬੈਟਲ ਆਫ ਕਨੌਜ, ਬੈਟਲ ਆਫ ਕਨੌਜ ਕਿਹਦੇ ਵਿਚਕਾਰ ਅੱਗੇ ਜਾ ਕੇ ਆ ਰਿਹਾ ਜੀ? ਸ਼ੇਰ ਸ਼ਾਹ ਸੂਰੀ ਵਰਸਿਸ ਹੁਮਾਯੂ ਪੜਾਂਗੇ ਆਪਾਂ ਅੱਗੇ ਜਾ ਕੇ। ਸ਼ੇਰ ਸ਼ਾਹ ਸੂਰੀ ਅਤੇ ਹੁਮਾਯੂ ਦੇ ਵਿਚਕਾਰ ਇੱਕ ਬੈਟਲ ਹੋਈ ਸੀ ਜਿਹਨੂੰ ਬੈਟਲ ਆਫ ਕਨੌਜ ਕਹਿੰਦੇ ਆ। ਇੱਕ ਤਾਂ ਇਹ ਦੱਸਿਓ ਇਹ ਕਦੋਂ ਹੋਈ, ਥੱਲੇ ਕਮੈਂਟ ਕਰਕੇ। ਦੂਜਾ ਇਹ ਦੱਸਿਓ ਕਿ ਇਹਦਾ ਦੂਜਾ ਨਾਮ ਕੀ ਹੈ। ਇੱਕ ਤਾਂ ਬੈਟਲ ਆਫ ਕਨੌਜ ਹੀ ਹੈ, ਇਹ ਵੀ ਇੱਕ ਡਿਸੀਜਿਵ ਬੈਟਲ ਸੀਗੀ ਜੀ, ਇਹ ਵੀ ਇੱਕ ਡਿਸੀਜਿਵ ਬੈਟਲ ਸੀ ਜਿਹਦੇ ਨਾਲ ਭਾਰਤ ਦੇ ਵਿੱਚ ਆਪਣੇ ਕੋਲੇ ਇੱਕ ਵਾਰੀ, ਠੀਕ ਹੈ, ਮੁਗਲ ਵੰਸ਼ ਦਾ ਕੀ ਹੋ ਗਿਆ ਸੀਗਾ? ਖਾਤਮਾ ਹੋ ਗਿਆ ਸੀ। ਮੁਗਲ ਅੰਪਾਇਰ ਖਤਮ ਹੋ ਗਿਆ ਸੀ ਇਸ ਜੰਗ ਦੇ ਨਾਲ। ਦੁਬਾਰਾ ਫੇਰ ਆ ਗਿਆ ਸੀਗਾ ਉਹ ਬਾਅਦ ਦੀ ਗੱਲ ਹੈ, ਪਰ ਇਸ ਜੰਗ ਦੇ ਨਾਲ ਹੁਮਾਯੂ ਹਾਰ ਗਿਆ ਸੀਗਾ ਤੇ ਹੁਮਾਯੂ ਛੱਡ ਗਿਆ ਸੀਗਾ ਆਪਣੇ ਕੋਲੇ ਆਗਰੇ ਨੂੰ। ਠੀਕ ਹੈ, ਆਗਰਾ ਤੇ ਦਿੱਲੀ। ਤਾਂ ਆਨਸਰ ਕੀ ਹੈ? ਜੈ ਚੰਦ ਕਿੱਥੋਂ ਦਾ ਰੂਲਰ ਸੀਗਾ? ਕਨੌਜ ਦਾ ਰੂਲਰ ਸੀ, ਯੂਪੀ ਦੇ ਵਿੱਚ ਪੈਂਦਾ ਹੈ। ਜੈ ਚੰਦ ਵਾਜ਼ ਦਾ ਰੂਲਰ ਆਫ ਵਿਚ, ਦੁਬਾਰਾ ਕੁਐਸਚਨ ਆ ਗਿਆ, ਸੌਰੀ। ਵਟ ਵਾਜ਼ ਦਾ ਰੀਅਲ ਨੇਮ ਪ੍ਰਿਥਵੀਰਾਜ ਚੌਹਾਨ? ਰਾਏ ਪਿਥੌੜਾ। ਹੁਣੀ ਆਪਾਂ ਕਰਕੇ ਹਟਿਆ, ਰਾਏ ਪਿਥੌੜਾ ਨਾਮ ਸੀਗਾ ਜੀ, ਰਾਏ ਪਿਥੌਰਾ ਨਾਮ ਸੀ ਕਿਹਦਾ? ਪ੍ਰਿਥਵੀਰਾਜ ਚੌਹਾਨ ਦਾ। ਹੂ ਡਿਸਟਰੋਏ ਦਾ ਨਾਲੰਦਾ ਯੂਨੀਵਰਸਿਟੀ? ਹੁਣ ਇੱਥੇ ਬੜੇ ਪਿਆਰ ਨਾਲ ਸਮਝੋ, ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ। ਠੀਕ ਹੈ ਜੀ, ਜਦੋਂ ਆਪਣੇ ਕੋਲੇ ਉਹ ਆਇਆ, ਕੌਣ? ਗੌਰੀ ਆਇਆ, ਤਾਂ ਗੌਰੀ ਦੇ ਆਪਦਾ ਕੋਈ ਮੁੰਡਾ ਨਹੀਂ ਸੀ, ਤਾਂ ਇਹਨੇ ਬਹੁਤ ਸਾਰੇ ਕੀ ਰੱਖੇ ਹੋਏ ਸੀਗੇ ਰਜੇ? ਸਲੇਵ ਰੱਖੇ ਹੋਏ ਸੀ, ਜਿਹਨੂੰ ਇਹ ਜਵਾਖਾ ਜਿਵੇਂ ਪਾਲਦਾ ਸੀ। ਸਲੇਵ ਨੂੰ ਆਪਾਂ ਕੀ ਕਹਿੰਦੇ ਆ? ਗੁਲਾਮ। ਇਹ ਉਹ ਗੁਲਾਮ ਨਹੀਂ ਸੀਗੇ ਵੀ ਤੁਹਾਨੂੰ ਪਾਣੀ ਪਿਲਾਤਾ, ਚਾਹ ਪਿਲਾਈ, ਤੁਹਾਡੇ ਮਾਲਿਸ਼ ਕਰਤੀ, ਨਾ, ਇੱਕ ਲੜਾਕੂ ਗੁਲਾਮ ਸੀਗੇ। ਤਾਂ ਕੁਝ ਬੰਦਿਆਂ ਨੂੰ ਇਹ ਨਾਲ ਲੈ ਕੇ ਆਇਆ ਸੀ, ਜਿਵੇਂ ਕਿ ਯਾਕੂਤ, ਕੁਬਾਚਾ, ਕੁਤਬ-ਉਦ-ਦੀਨ ਐਬਕ। ਇਹਦੇ ਕੁਝ ਮਿਲਟਰੀ ਲੀਡਰ ਸੀਗੇ ਜਿਨ੍ਹਾਂ ਨੇ ਹੈਲਪ ਕੀਤੀ ਸੀਗੀ। ਤੇ ਆਪਣੇ ਕੋਲੇ ਯਾਕੂਤ ਨਹੀਂ, ਯਲਦੂਜ਼, ਕੁਬਾਚਾ ਅਤੇ ਬਖਤਿਆਰ ਖਿਲਜੀ। ਇਹਨਾਂ ਨੂੰ ਲੈ ਕੇ ਆਇਆ ਸੀ ਆਪਣੇ ਨਾਲ ਵੀ, ਜਾਓ ਤੁਸੀਂ ਕੀ ਕਰੋ, ਆਪਣੇ ਕੋਲੇ ਮੇਰੀ ਹੈਲਪ ਕਰੋ। ਠੀਕ ਹੈ, ਤਾਂ ਓਬਵੀਅਸ ਜੀ ਗੱਲ ਹੈ, ਜਦੋਂ ਇਹ ਦੋਨੇ ਬੈਟਲ ਆਫ ਤਰਾਈਨ ਅਤੇ ਸੈਕੰਡ ਬੈਟਲ ਆਫ ਤਰਾਈਨ ਤੇ ਆਪਣੇ ਕੋਲੇ ਬੈਟਲ ਆਫ ਚੰਦਾਵਰ ਜਿੱਤ ਗਏ, ਤਾਂ ਹੁਣ ਕੀ ਕਰਤਾ? ਜਦੋਂ ਉਹਨੇ ਦੇਖਿਆ ਵੀ ਹੁਣ ਮੈਂ ਜ਼ਿਆਦਾ ਟਾਈਮ ਤਾਂ ਰਹਿਣਾ ਨਹੀਂ, ਗੌਰੀ ਕਹਿੰਦਾ, ਤਾਂ ਗੌਰੀ ਨੇ ਇਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਸੌਂਪਤੀਆਂ ਵੀ ਜਾਓ ਤੁਸੀਂ ਆਹ ਕਰੋ। ਜੋ ਆਪਣੇ ਕੋਲੇ ਯਲਦੂਜ਼ ਸੀ ਇਹਨੂੰ ਕੀ ਦਿੱਤਾ? ਗੌਰ ਪ੍ਰਦੇਸ਼, ਗੌਰ ਕਹਿ ਦਿਓ ਚਾਹੇ ਗਜ਼ਨੀ ਕਹਿ ਦਿਓ, ਗਜ਼ਨੀ ਵਾਲੀ ਥਾਂ ਦੇ ਉੱਤੇ ਹੀ ਗੌਰ ਪ੍ਰਦੇਸ਼ ਵਸਾਇਆ ਗਿਆ ਸੀ, ਗੌਰ ਜਾਂ ਗਜ਼ਨੀ। ਕੁਬਾਚਾ ਨੂੰ ਕੀ ਦਿੱਤਾ? ਕਾਬੁਲ, ਜਾਂ ਤੂੰ ਕੀ ਕਰ, ਕਾਬੁਲ ਤੇ ਰਾਜ ਕਰ, ਮਤਲਬ ਮੇਰੇ ਜਾਣ ਤੋਂ ਬਾਅਦ ਕਰੀ, ਉਹਨੇ ਐਂ ਕਹਿਤਾ। ਕੁਤਬੁਦੀਨ ਐਬਕ ਨੂੰ ਕੀ ਦੇ ਗਿਆ? ਦਿੱਲੀ। ਕੁਤਬੁਦੀਨ ਐਬਕ ਨੂੰ ਦੇ ਗਿਆ ਦਿੱਲੀ, ਜਾਂ ਤੂੰ ਦਿੱਲੀ ਤੇ ਰਾਜ ਕਰੀ। ਤੇ ਬਖਤਿਆਰ ਖਿਲਜੀ ਨੂੰ ਕਹਿੰਦਾ ਵੀ ਜਾਂ ਤੂੰ ਬੰਗਾਲ ਤੱਕ ਮੇਰਾ ਰਾਜ ਲੈ ਕੇ ਜਾ, ਬੰਗਾਲ ਤੱਕ ਲੈ ਕੇ ਜਾ। ਇਹਨਾਂ ਨੂੰ ਤਾਂ ਕਹਿੰਦਾ ਤੂੰ ਸਾਂਭ, ਪਰ ਬਖਤਿਆਰ ਖਿਲਜੀ ਬਹੁਤ ਤਕੜਾ ਸੀ, ਇਹਨੂੰ ਕਹਿੰਦਾ ਬੰਗਾਲ ਤੱਕ ਮੇਰਾ ਰਾਜ ਲੈ ਕੇ ਜਾ। ਬੰਗਾਲ ਤੱਕ ਜਾਣ ਤੱਕ ਰਸਤੇ 'ਚ ਕੀ ਆਉਂਦਾ ਰਜੇ? ਬਿਹਾਰ। ਰਸਤੇ ਦੇ ਵਿੱਚ ਕੀ ਆਉਂਦਾ? ਬਿਹਾਰ। ਬਿਹਾਰ ਦੇ ਵਿੱਚ ਕਹਿੰਦੇ ਬਖਤਿਆਰ ਖਿਲਜੀ ਕੀ ਹੋ ਗਿਆ? ਬਿਮਾਰ ਹੋ ਗਿਆ। ਤੇ ਇਹਨੇ ਆਪਣੇ ਕੋਲੇ ਜਿਹੜੇ ਇਹਦੇ ਨਾਲ ਦੇ ਬੰਦੇ ਸੀਗੇ, ਜਿਹੜੇ ਮਤਲਬ ਇਹਦੇ ਨਾਲ ਜਾ ਰਹੇ ਸੀਗੇ, ਇਹਨੇ ਸ਼ਰਤ ਰੱਖਤੀ
कि जे मैं दवाई खाऊंगा तो मैं किसी मुसलम बंदे तो ही खाऊंगा, तो मैं किसी भी काफिर मतलब नॉन मुस्लिम तो नहीं खाऊंगा। तो दूजी गल ठीक है कि मेरे नाल धोखा नहीं होना चाहिए भी मैनू इस्लाम धर्म के ही कोई बंदा दवाई खवावे फिर मैं ठीक होऊंगा। पर इस्लाम धर्म के कोई यह जी उस टाइम के उत्ते नहीं सी, तो वो गए कित्थे नालंदा यूनीवर्सिटी के प्रिंसीपल कोले, वो गए कित्थे नालंदा यूनीवर्सिटी के प्रिंसीपल कोले, बिहार के पैंदी है ठीक है, जिसका नाम सी राहुल देव। ਉਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਵੀ ਸਾਡਾ ਵੀ ਜਿਹੜਾ ਰਾਜਾ ਹੈ ਉਹ ਐਂ ਕਹਿ ਰਿਹਾ ਹੈ ਵੀ ਮੈਂ ਕਿਸੇ ਵੀ ਕਾਫਿਰ ਦੀ ਦਵਾਈ ਨਹੀਂ ਖਾਊਂਗਾ ਤੇ ਮੈਨੂੰ ਠੀਕ ਕਰੋ ਠੀਕ ਹੈ। ਤਾਂ ਉਹ ਕਹਿੰਦਾ ਵੀ ਰਾਹੁਲ ਦੇਵ ਕਹਿੰਦਾ ਵੀ ਤੁਸੀਂ ਕੁਰਾਨ ਸ਼ਰੀਫ ਲੈ ਜਾਓ, ਇਹ ਉਹਨੂੰ ਦੇ ਦਿਓ, ਉਹ ਠੀਕ ਹੋ ਜਾਊਗਾ। ਇਹਨਾਂ ਨੇ ਸੋਚਿਆ ਵੀ ਐਂ ਕਿਵੇਂ ਠੀਕ ਹੋ ਜਾਊਗਾ, ਕਹਿੰਦੇ ਚੱਲ ਦੇਖਦੇ ਹਾਂ। ਤਾਂ ਜਦੋਂ ਭਾਈ ਉਹ ਪੜ੍ਹਨ ਲੱਗ ਗਿਆ ਕੁਰਾਨ ਸ਼ਰੀਫ, ਉਹ ਹੌਲੀ ਹੌਲੀ ਕਰਕੇ ਠੀਕ ਹੋਣ ਲੱਗ ਗਿਆ ਕੁਝ ਦਿਨਾਂ ਦੇ ਵਿੱਚ। ਤਾਂ ਉਹਨੇ ਦਿਮਾਗ ਲਾਇਆ ਬਖਤਿਆਰ ਖਿਲਜੀ ਨੇ, ਹੁਣ ਬਹੁਤ ਤਕੜਾ ਸੈਨਿਕ ਸੀਗਾ, ਓਬਵੀਅਸ ਜੀ ਗੱਲ ਹੈ, ਪਾਗਲ ਤਾਂ ਬੈਠਾ ਨਹੀਂ ਸੀਗਾ। ਬਖਤਿਆਰ ਖਿਲਜੀ ਕਹਿੰਦਾ ਵੀ ਇਹ ਕੋਈ ਤਾਂ ਗੱਲ ਹੈ ਵੀ ਮੈਂ ਠੀਕ ਕਿਵੇਂ ਹੋ ਗਿਆ। ਤਾਂ ਉਹਨੇ ਬੁਲਾਇਆ ਉਹ ਬੰਦੇ ਨੂੰ ਜਿਹੜਾ ਉਹ ਦਵਾਈ ਲੈ ਕੇ ਆਇਆ ਸੀ ਵੀ ਹਾਂ ਵੀ ਕਿਵੇਂ ਠੀਕ ਹੋਇਆ ਮੈਂ। ਕਹਿੰਦਾ ਜੀ ਮੈਂ ਕਰਕੇ ਡਰ ਗਿਆ ਉਹ ਅਗਲਾ ਵੀ ਰਾਹੁਲ ਦੇਵ ਕੋਲੇ ਗਿਆ ਸੀਗਾ ਵੀ ਉਹਨੇ ਮੈਨੂੰ ਦਿੱਤਾ ਕੁਰਾਨ ਸ਼ਰੀਫ ਵੀ ਆਪਣੇ ਰਾਜੇ ਨੂੰ ਕਹੀਂ ਵੀ ਇਹਨੂੰ ਪੜ੍ਹੀ ਚੱਲੇ ਤੇ ਠੀਕ ਹੋ ਜਾਊਗਾ। ਉਹ ਕਹਿੰਦਾ ਬੁਲਾਓ ਉਹਨੂੰ। ਤਾਂ ਰਾਹੁਲ ਦੇਵ ਜਦੋਂ ਆਇਆ ਤਾਂ ਉਹਨੂੰ ਪੁੱਛਿਆ ਗਿਆ ਵੀ ਤੂੰ ਕੀ ਕੀਤਾ। ਤਾਂ ਰਾਹੁਲ ਦੇਵ ਕਹਿੰਦਾ ਵੀ ਮੈਂ ਇਹਦੇ ਵਿੱਚ ਆਪਣੇ ਕੋਲ ਜੜੀ ਬੂਟੀਆਂ ਦੀ ਲੇਪ ਲਾਤੀ ਸੀ ਜੋ ਤੈਨੂੰ ਦਿਖੀ ਨਹੀਂ ਹੈਗੀ, ਪਰ ਉਹਦੀ ਖੁਸ਼ਬੂ ਤੇਰੇ ਅੰਦਰ ਜਾ ਰਹੀ ਸੀ ਜਿਹਦੇ ਨਾਲ ਤੂੰ ਕੀ ਹੋ ਗਿਆ ਠੀਕ ਹੋ ਗਿਆ। ਤਾਂ ਇੱਥੇ ਇਹਨੂੰ ਦੋ ਚੀਜ਼ਾਂ ਫੀਲ ਹੋਈਆਂ, ਇੱਕ ਤਾਂ ਧੋਖਾ ਵੀ ਜਿਹੜੇ ਮੇਰੇ ਸਿਪਾਹੀ ਸੀਗੇ ਉਹ ਮੈਨੂੰ ਕੀ ਦੇ ਗਏ, ਧੋਖਾ ਦੇ ਗਏ ਵੀ ਜਦੋਂ ਮੈंने ਕਿਹਾ ਸੀ ਮੈਂ ਕਿਸੇ ਕਾਫਿਰ ਦੀ ਦਵਾਈ ਨਹੀਂ ਖਾਂਦਾ ਤਾਂ ਇਹਨਾਂ ਨੇ ਮੈਨੂੰ ਕਿਉਂ ਖਵਾਈ। ਦੂਜਾ ਕਹਿੰਦਾ ਜਿਹੜੀ ਜੜੀ ਬੂਟੀ ਆ ਜਿਹੜੀ ਆਪਣੇ ਕੋਲ ਜਾਣਕਾਰੀ ਸਾਡੇ ਧਰਮ 'ਚ ਨਹੀਂ ਹੈਗੀ ਉਹ ਕਿਸੇ ਹੋਰ ਧਰਮ 'ਚ ਕਿਵੇਂ ਹੋ ਸਕਦੀ ਹੈ। ਤਾਂ ਉਹਨੇ ਕੀ ਕਰਿਆ ਵੀ ਗਿਆਨ ਦਾ ਭੰਡਾਰ ਜੋ ਨਾਲੰਦਾ ਯੂਨੀਵਰਸਿਟੀ ਆ ਉਹਨੂੰ ਕੀ ਲਗਾਤੀ, ਅੱਗ ਲਗਾਤੀ। ਨਾਲੰਦਾ ਨੂੰ ਲਗਾਈ ਉੱਥੇ ਇੱਕ ਵਿਕਰਮਸ਼ਿਲਾ ਹੋਰ ਯੂਨੀਵਰਸਿਟੀ ਸੀਗੀ, ਕਿਹੜੀ ਵਿਕਰਮਸ਼ਿਲਾ, ਉਹਨੂੰ ਵੀ ਕੀ ਕਰਤੀ ਅੱਗ ਲਗਾਤੀ। ਤਾਂ ਕਿਹਨੇ ਲਗਾਈ ਆਪਣੇ ਕੋਲੇ ਬਖਤਿਆਰ ਖਿਲਜੀ ਨੇ। ਸਾਰੀ ਕਹਾਣੀ ਮੈਂ ਤੁਹਾਨੂੰ ਦੱਸਤੀ ਵੀ ਕਿਉਂ ਲਗਾਈ ਸੀ ਇਹ ਅੱਗ। ਕਹਿੰਦੇ ਇੰਨੀ ਭਿਆਨਕ ਸੀ, ਕਈ ਇਤਿਹਾਸਕਾਰ ਕਹਿੰਦੇ ਨੇ 7 ਦਿਨ, ਕਈ 3 ਮਹੀਨੇ, ਕਈ 6 ਮਹੀਨੇ, ਕਈ ਸਾਲ। ਤਾਂ ਅਲੱਗ-ਅਲੱਗ ਟਾਈਮ ਪੀਰੀਅਡ ਹੈ ਵੀ ਇੰਨਾ ਟਾਈਮ ਤੱਕ ਇਹ ਅੱਗ ਜਲਦੀ ਰਹੀ ਵੀ ਐਡੀ ਵੱਡੀ ਉੱਥੇ ਲਾਇਬ੍ਰੇਰੀ ਸੀ। ਥੱਲੇ ਕਮੈਂਟ ਕਰਕੇ ਦੱਸਿਓ ਇਹਨੂੰ ਅੱਗ ਲੱਗਣ ਤੋਂ ਪਹਿਲਾਂ ਮਤਲਬ ਜਦੋਂ ਇਹ ਬਣੀਆਂ ਹੋਣੀਆਂ ਤਾਂ ਨਾਲੰਦਾ ਯੂਨੀਵਰਸਿਟੀ ਕਿਸ ਨੇ ਬਣਾਈ ਸੀ ਅਤੇ ਵਿਕਰਮਸ਼ਿਲਾ ਯੂਨੀਵਰਸਿਟੀ ਕਿਸ ਨੇ ਬਣਾਈ ਸੀ। ਇਹ ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀ ਇਹ ਬਣਾਈਆਂ ਕਿਹਨੇ ਸੀ। ਹੂ ਵਾਜ਼ ਦਾ ਫਾਊਂਡਰ ਆਫ ਦਿੱਲੀ ਸਲਤਨਤ। ਤਾਂ ਦਿੱਲੀ ਸਲਤਨਤ ਦਾ ਐਕਚੁਅਲ ਤੇ ਇੱਥੇ ਇਹ ਆਉਣਾ ਸੀ ਹੂ ਵਾਜ਼ ਰੀਅਲ ਫਾਊਂਡਰ ਆਫ, ਰੀਅਲ ਫਾਊਂਡਰ ਕੌਣ ਸੀ ਦਿੱਲੀ ਸਲਤਨਤ ਦਾ। ਤਾਂ ਆਪਣੇ ਕੋਲੇ ਕੌਣ ਸੀਗਾ ਜੀ, ਇਲਤੁਤਮਿਸ਼। ਕਿਉਂਕਿ ਜਿਹੜੀ ਕੈਪੀਟਲ ਸੀਗੀ ਉਹ ਲਾਹੌਰ ਤੋਂ ਦਿੱਲੀ ਇਹੀ ਲੈ ਕੇ ਆਇਆ ਸੀ। ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ, ਨਹੀਂ ਤਾਂ ਕਹਾਣੀ ਟੁੱਟ ਜੂਗੀ ਠੀਕ ਹੈ। ਹੂ ਵਾਜ਼ ਦ ਰੀਅਲ ਫਾਊਂਡਰ ਆਫ ਦਿੱਲੀ ਸਲਤਨਤ ਕੌਣ ਸੀਗਾ, ਇਹ ਵੀ ਸੇਮ क्वेश्चन आ गया ठीक है जी। चलो आज के लिए आप इन्ना रखते हैं, कल नूं आपां की करांगे दिल्ली सल्तनत के बारे ठीक है। कल नूं आपां किहदे बारे पढ़ांगे, दिल्ली सल्तनत के बारे या स्लेव डायनेस्टी के बारे आपां गल करांगे ठीक है जी। आई होप कि तुहानूं इन्ना क लैक्चर पसंद आया होगा। जे तुहाडे काम दा लैक्चर लग्या तुहानूं लग्या कि तुसीं बाकियां नालों घट टाइम के ज़्यादा कुछ पढ़ ले, ज़्यादा कुछ सीख ले, मेरा कराया हुआ समझ आया तो चैनल में लाइक सबसक्राइब तो वीडियो में शेयर जरूर करो अपने उन्होंने दोस्तों तक जिहड़े इस बार PS टेट क्लीयर करना चाहते हैं। सो थैंक यू वेरी मच।